ਅੱਛਾ ਕਿ ਉਹ ਸਿੱਧਾ ਹੋ ਜਾਏ, ਆਪਣਾ ਜਿਸਮ ਜਰਾ ਢਿੱਲਾ ਕਰ ਲਵੇ। ਅੱਛਾ ਅੱਛਾ ਤੇ ਜਿੱਥੇ ਲਾ ਲਓ ਵੀ ਨਹੀਂ ਵਿੰਗ ਹੁੰਦਾ ਉੱਥੇ ਜਰਾ ਯਾਰ ਨਾ ਸਪੀਰਾ ਨੂੰ ਆਂਦੀ ਸੀ, ਮੈਂ ਕੋਈ ਫਾਲੋ ਕੀਤਾ ਉਹ ਤੂੰ ਕਿੱਧਰ अस्सलाम वालेकुम। ਸਿਆਣੇ ਕਹਿੰਦੇ ਆ ਵੀ ਬੱਦਲਾਂ ਦੇ ਤੰਬੂ ਕੌਣ ਤਾਣਦਾ। ਬੱਦਲਾਂ ਨੂੰ ਦੇਖ ਕੇ ਤਾਂ ਮੀਂਹ ਦੀ ਆਸ ਹੁੰਦੀ। ਬਾਜੇ ਟਾਈਮ ਅਸੀਂ ਸ਼ਾਇਦ ਇਹ ਵਰਤਾਰੇ ਨੂੰ ਨਾ ਸਾਡੇ ਦਿਮਾਗ ਪੂਰਾ ਕੰਮ ਨਹੀਂ ਕਰਦਾ। ਸ਼ਾਇਦ ਦੇਖਿਆ ਅਸੀਂ ਕਹਿੰਦੇ ਵੀ ਇਹ ਕੀ ਵਰਤਾਰਾ ਹੋਇਆ ਨਾ। ਹੁਣ ਜੇ ਗੱਲ ਕਰੀਏ ਨਾ ਬਾਂਸ ਦੀ, ਬਾਂਸ ਦੇਖਿਆ ਵਰਤਾਰੇ ਦੀ ਪੂਰੀ ਸਮਝ ਨਹੀਂ ਆਉਂਦੀ ਵੀ ਨਾ ਇਹਨੂੰ ਫਲ ਲੱਗਦਾ, ਇਹਦੀ ਛਾਂ 'ਚ ਬਹਿਣਾ ਕਿਹੜਾ ਔਖਾ ਕੰਮ। ਪਰ ਜੇ ਇਹਦੇ ਵਰਤਾਰੇ 'ਤੇ ਆ ਜਾਈਏ ਤੁਸੀਂ ਕਹੋਗੇ ਵੀ ਇਹਦੇ ਵਰਗੀ ਸ਼ਾਈ ਕੋਈ ਨਹੀਂ। ਕਿੱਦਾਂ ਬਈ ਬਾਂਸ ਦੀ ਇਹ ਨਹੀਂ ਹੈ ਵੀ ਸਿਰਫ ਬਾਂਸਰੀ ਵੱਜਦੀ ਵੀ ਅੰਦਰੋਂ ਖੋਖਲਾ ਤੇ ਤਾਂ ਉਂਝ ਇਹ ਆ ਵੀ ਜਿਵੇਂ ਇੱਥੇ ਆ ਜਾਓ ਜੀ ਮੇਰੇ ਲਾਗੇ, ਜਿਵੇਂ ਅੱਜ ਕੱਲ੍ਹ ਦੇ ਬੰਦੇ ਆ ਨਾ ਛੇਤੀ ਨਾਲ ਤਰੱਕੀ ਕਰ ਜਾਂਦੇ ਤੇ ਪਰ ਉਹਨਾਂ 'ਚ ਬੰਦਿਆਈ ਨਹੀਂ ਦਿਖਦੀ। ਪਹੁੰਚ ਬੜੇ ਅਫਸਰ ਬਣ ਜਾਂਦੇ, ਬੜੀ ਬੁਲੰਦੀ ਤੇ ਪਹੁੰਚ ਜਾਂਦੇ, ਪਰ ਉਹਨਾਂ 'ਚ ਬੰਦਿਆਈ ਨਹੀਂ ਨਾ ਜਿੱਦਾਂ ਦਿਸਦੀ। ਇੱਦਾਂ ਹੀ ਬਾਂਸ ਵੱਧਦਾ ਦਿਨਾਂ ਦੇ ਵਿੱਚ ਆ ਪਰ ਅੰਦਰੋਂ ਖੋਖਲਾ ਹੀ ਹੁੰਦਾ। ਪਰ ਖੋਖਲਾ ਹੋਵੇ ਚਾਹੇ ਕਿੱਦਾਂ, ਜੇ ਗੱਲ ਆਪਾਂ ਰੁੱਖ ਦੀ ਕਰੀਏ ਨਾ ਤੇ ਰੁੱਖ ਦੇ ਗੱਲ ਕੀਤਿਆਂ ਦਿਮਾਗ 'ਚ ਜਾਂ ਛਾਂ ਦੀ ਹੈ ਜਾਂ ਫਲਾਂ ਦਾ। ਪਰ ਬਾਜੀ ਓਲਾ ਬੜਾ। ਹੁਣ ਜਿੱਦਾਂ ਬਾਂਸ ਦੀ ਗੱਲ ਆ, ਬਾਂਸ ਦਾ ਵਰਤਾਰਾ ਸ਼ੁਰੂ ਤੋਂ ਦੇਖੀਏ ਨਾ ਤੇ ਇਹਦੀ ਆਪਾਂ ਕਲਮਾਂ ਲਿਖਦੇ ਸੀ, ਇਹਦੇ ਨਾਲ ਸ਼ਿਕਾਰ ਖੇਡਦੇ ਸੀ, ਫਿਰ ਛੱਤਾਂ 'ਤੇ ਕਿਸਾਨ ਪਾਉਂਦੇ ਸੀ, ਇਹਦੀਆਂ ਪੌੜੀਆਂ ਬਣਦੀਆਂ ਸੀ। ਪਰ ਐਸੇ ਹੁਣ ਜਦੀਦ ਦੌਰ ਦੇ ਵਿੱਚ ਜਿੱਦਾਂ ਹੁਣ ਕਿਸਾਨ ਇਹਦਾ ਟਨਲ ਫਾਰਮਿੰਗ ਕਰਦੇ, ਮੈਂ ਕਹਿੰਦਾ ਅੱਗੇ ਰਾਣਾ ਸਾਹਿਬ ਗੱਲ ਕਰਦੇ ਸੀ ਵੀ ਜਿੱਥੇ ਜਿੱਥੇ ਲੋਹਾ ਵਰਤੀਂਦਾ ਸੀ ਨਾ ਉੱਥੇ ਬਾਂਸ ਵਰਤੀਨ ਲੱਗ ਗਿਆ, ਲੋਹੇ ਦੀ ਥਾਂ ਲੈ ਗਿਆ। ਫਿਰ ਲੋਹਾ ਕਿੱਥੇ ਆ ਤੇ ਬਾਂਸ ਕਿੱਥੇ ਆ, ਐਸਾ ਵਰਤਾਰੇ ਦੀ ਸ਼ੈ। ਪਰ ਇਹਦੇ ਵਰਤਾਰੇ ਦੇ ਵਿੱਚ ਮੈਂ ਤੁਹਾਨੂੰ ਇੱਕ ਐਸੀ ਗੱਲ ਦੱਸਾਂ ਵੀ ਬਹੁਤੇ ਬੰਦਿਆਂ ਨੂੰ ਉਹ ਪਤਾ ਹੀ ਨਹੀਂ ਹੋਣੀ, ਤੁਹਾਨੂੰ ਵੀ ਨਹੀਂ ਪਤਾ ਹੋਣੀ। ਉਹ ਗੱਲ ਇਹ ਵੀ ਜਿਹੜੀ ਬੇੜੀ ਹੁੰਦੀ ਹੈ ਨਾ, ਬੇੜੀ ਦਾ ਇੱਕ ਵੰਝ ਹੁੰਦਾ, ਵੰਝ ਦੇ ਸਿਰ 'ਤੇ ਬੇੜੀ ਤੁਰਦੀ ਹੈ। ਬੇੜੀ ਦਾ ਇੰਜਣ ਕਹਿ ਲਓ, ਬੇੜੀ ਦਾ ਸਟੇਰਿੰਗ ਕਹਿ ਲਓ, ਉਹ ਵੰਝ ਬਾਂਸ ਹੁੰਦਾ। ਤੁਸੀਂ ਵੇਖਿਆ ਹੋਣਾ ਮਲਾਹ ਨਾ ਇੱਕ ਸਿਰੇ 'ਤੇ ਖਲੋ ਕੇ ਬੜਾ ਲੰਬਾ ਬਾਂਸ, ਉਹਨੂੰ ਮਲਾਹ ਨੂੰ ਵੰਝ ਸੱਦਦੇ ਆ, ਉਹਦੇ ਨਾਲ ਬੇੜੀ ਟੋਰਦੇ ਵੀ ਆ, ਗੱਬੇ ਦਰਿਆ ਦੇ ਮੋੜ ਵੀ ਲੈਂਦੇ ਆ, ਉਹਨੂੰ ਵੰਝ ਸੱਦਦੇ ਆ, ਉਹ ਵੀ ਬਾਂਸ ਹੁੰਦਾ। ਵਰਤਾਰਾ ਬਾਂਸ ਦਾ ਜੇ ਗੱਲ ਕਰੀਏ ਨਾ, ਖਬਰੇ ਸਾਨੂੰ ਸ਼ਾਮ ਹੋ ਜੇ, ਲੋਕ ਪੂਰੇ ਘਰ ਬਣਾ ਰਹੇ ਆ, ਕੀ ਕੁਛ ਬਾਂਸ ਦਾ ਬਣ ਰਿਹਾ। ਤੁਹਾਨੂੰ ਦੱਸਿਆ ਨਹੀਂ ਵੀ ਲੋਹੇ ਦੀ ਥਾਂ ਲੈ ਗਿਆ ਪੂਰਾ। ਤੇ ਅੱਜ ਜੇ ਤੁਸੀਂ ਮੇਰੇ ਮਗਰ ਦੇਖ ਰਹੇ ਆ ਨਾ, ਆ ਚਿੱਟੇ ਪਹਾੜ ਜਿਹੜੇ ਬਣੇ ਆ ਇਹ ਬਾਂਸ ਦੇ ਆ। ਅਸੀਂ ਇੱਕ ਤਾਂ ਇੱਥੇ ਆਏ ਆ ਵੀ ਜਿੱਦਾਂ ਸੌਣ ਭਾਦੋ ਚੱਲ ਰਿਹਾ, ਗੱਲ ਰੁੱਖਾਂ ਦੀ ਹੋ ਰਹੀ ਆ, ਰੁੱਖਾਂ ਦੀ ਉਹ ਗੱਲ ਕਰਨੀ, ਰੁੱਖ ਮਾਪਿਆਂ ਵਰਗੇ, ਸਾਡੀ ਗੱਲ ਵੀ ਇਹੀ ਆ ਤੇ ਇਸ ਗੱਲ ਦੇ ਉੱਤੇ ਪਹਿਰਾਂ ਦੇ ਰਿਹਾ। ਇੱਕ ਤਾਂ ਸਾਡੇ ਆਉਣ ਦਾ ਬਹੁਤਾ ਵੱਡਾ ਜਿਹੜਾ ਅੱਜ ਮੁੱਦਾ ਨਾ, ਉਹ ਨੁਮਾਨ ਸਾਹਿਬ ਨੇ ਜਿਹੜਾ ਬੇੜਾ ਚੱਕਿਆ, ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਤੇ ਇਹਨਾਂ ਨੂੰ ਹਿੰਮਤ ਦੇਈ ਰੱਖੇ। ਇਹਨਾਂ ਨੇ ਕਿਹਾ ਵੀ ਅਸੀਂ ਪੌਦੇ ਜਿਹੜੇ ਲਾਣੇ ਆ ਨਾ, ਇੱਕ ਨਵੀਂ ਗੱਲ ਸੁਣੋ ਵੀ ਪੌਦੇ ਲਾ ਕੇ ਬੰਦਿਆਂ ਦੇ ਪੈਸੇ ਲਾ ਕੇ ਤੇ ਆਪ ਘਰ ਜਾ ਕੇ ਸੌਂਗੇ ਵੀ ਬੱਕਰੀ ਖਾ ਗਈ, ਇਹ ਕੰਮ ਨਹੀਂ ਕਰਨਾ। ਜਿਹੜੇ ਵਰਤਨੇ ਆ ਨਾ, ਜਿਹੜੇ ਕੋਈ ਪੈਸੇ ਲਾਣੇ ਆ ਪੌਦਿਆਂ ਦੀ ਮੁਹਿੰਮ ਦੇ ਵਿੱਚ, ਰੁੱਖ ਮਾਪਿਆਂ ਵਰਗੇ, ਅਸੀਂ ਉਹਨਾਂ ਦਾ ਬੰਦੋਬਸਤ ਇੰਨਾ ਕੁ ਕਰੀਏ ਕਿ ਉਹ ਜੇ ਕਿਸੇ ਦੇ ਚਾਰਾਂ ਨੇ ਕਿਸੇ ਨੇ ਵਿੱਚ ਪਾਏ ਆ ਨਾ ਤੇ ਉਹ ਗੋਲ ਨਾ ਜਾਣ, ਉਹ ਖਰਾਬ ਨਾ ਜਾਣ, ਬੇਬਰਾਨ ਨਾ ਜਾਣ। ਪੌਦਾ ਲਾਣਾ, ਬਾਂਸ ਦੇ ਗਮਲੇ ਵੀ ਬਣਦੇ ਆ, ਇਹ ਵੀ ਇੱਕ ਵਰਤਾਰਾ ਕਿਉਂ ਜੀ। ਉਹ ਬਾਂਸ ਦੇ ਗਮਲੇ ਪੌਦਾ ਲਾ ਕੇ ਉਹਦੇ ਉੱਤੇ ਗਮਲਾ ਰੱਖਾਂਗੇ, 5-6 ਫੁੱਟ ਦਾ ਗਮਲਾ, ਉਹ ਵੀ ਤੁਹਾਨੂੰ ਬਰੀਕੀ ਦਿਖਾਉਂਦੇ ਆ, ਤੇ ਉਹ ਫਿਰ ਗਮਲੇ 'ਚੋਂ ਪੌਦਾ ਬਚ ਜੂਗਾ। ਅੱਛਾ, ਇੱਥੇ ਮੈਂ ਨਾਲ ਲੱਗਦੀ ਗੱਲ ਕਰ ਜਾਵਾਂ ਵੀ ਇਸ ਰੁੱਖ ਮਾਪਿਆਂ ਵਰਗੇ ਇਹਦੇ 'ਚ ਬੰਦੇ ਸਾਡੇ ਨਾਲ ਜੁੜਦੇ ਜਾਂਦੇ ਆ, ਪੈਸਾ ਪਾਸ ਹੀ ਲੈਂਦੇ ਨਹੀਂ ਬੰਦੇ, ਪੌਦੇ ਸਾਨੂੰ ਤੋਹਫਾ ਦੇ ਰਹੇ ਆ। ਸਾਨੂੰ ਸਾਡੇ ਇੱਕ ਭਰਾ ਇਸ਼ਤਿਆਕ ਸਾਹਿਬ ਪੁਰਾਣੀ ਦੁਆ ਸਲਾਮ ਸਾਡੇ ਲੈਲਪੁਰ ਦੇ ਆ, ਉਹਨਾਂ ਨੇ ਸਾਨੂੰ 1000 ਪੌਦਾ ਜਿਹੜਾ ਨਾ ਉਹ ਦਿਆ। ਹਾਂਜੀ ਮੈਂ ਦੱਸਦਾ, ਅਮਰੀਕਾ ਦੇ ਵਿੱਚੋਂ ਇਸ਼ਤਿਆਕ ਸਾਹਿਬ ਸਾਡੇ ਲੈਲਪੁਰ ਦੇ ਤੇ ਉਹਨਾਂ ਨੇ ਸਾਨੂੰ 1000 ਪੌਦਾ ਦਿਆ ਤੇ ਨਾਲ ਡਾਕਟਰ ਨਸਰੁੱਲਾ ਸਾਹਿਬ, ਉਹ ਤਾਂ ਸਾਡੇ ਪੁੱਤਰ ਆ, ਉਹ ਤਾਂ ਰੌਲਾ ਹੀ ਕੋਈ ਨਹੀਂ। ਤੇ ਉਹਨਾਂ ਨੇ ਜੇ ਉਹਨਾਂ ਦੀ ਜਿਹੜੀ ਪਿਆਰ, ਉਹਨਾਂ ਦਾ ਮੋਹ ਪਿੰਡ ਨਾਲ ਗਿਣਨ ਲੱਗ ਜਾਵਾਂ ਤੇ ਮੈਨੂੰ ਸ਼ਾਮ ਹੋ ਜਾਵੇ।
ਅੱਛਾ ਉਹ ਗੱਲ ਕਿਤੇ ਕਰਨੀ ਹੈ ਪੂਰੀ ਬਹਿ ਕੇ। ਰਾਓ ਖੈਰੀ ਸਲਾਮ ਜੀ ਉਹਨਾਂ ਨੂੰ ਪਾਕਿਸਤਾਨ ਲਿਆਇਆ ਨਾ, ਫਿਰ ਤੁਹਾਨੂੰ ਬਹਿ ਕੇ ਵੀ ਦੱਸਾਂਗੇ ਵੀ ਉਹਨਾਂ ਨੇ ਸਾਡੇ ਪਿੰਡ ਵਾਸਤੇ ਉੱਥੇ ਬਹਿ ਕੇ, ਹਜੇ ਖਾਸਾ ਟਾਈਮ ਹੋ ਗਿਆ ਉਹ ਆਏ ਨਹੀਂ, ਪਰ ਫਿਰ ਵੀ ਉਹ ਪਿੰਡ ਨੂੰ ਹਰ ਟਾਈਮ ਚੇਤੇ ਰੱਖਦੇ ਆ। ਜਦੋਂ ਮਾੜੀ ਜੀ ਗੱਲ ਅਸੀਂ ਪੌਦਿਆਂ ਦੀ ਕੀਤੀ ਤੇ ਉਹ ਸਾਰਿਆਂ ਤੋਂ ਅੱਗੇ ਆ ਕੇ ਖਲੋ ਗਏ। ਉਹਨਾਂ ਨੇ ਕਿਹਾ ਵੀ ਜੋ ਚਾਹੀਦਾ ਜਿੱਦਾਂ ਚਾਹੀਦਾ ਤੁਸੀਂ ਕਰੋ, ਜਿੱਥੇ ਤੁਹਾਨੂੰ ਰੋਕ ਲੱਗੇ ਮੈਨੂੰ ਸੱਦ ਮਾਰੋ, ਮੈਂ ਬੈਠਾ। ਉਹ ਕਹਿੰਦੇ ਮੈਂ ਬੈਠਾ, ਭਾਵੇਂ ਮੈਂ ਅਮਰੀਕਾ ਬੈਠਾ, ਇੱਕ ਟੈਲੀਫੋਨ ਕਰੋ, ਜਿੰਨੇ ਪੌਦੇ ਜੋ ਚਾਹੀਦਾ ਮੈਂ ਹਾਜ਼ਰ ਹਾਂ। ਤੇ ਇਹ ਬੜੀ ਰੱਬ ਦੀ ਰਹਿਮਤ ਦੀ ਗੱਲ ਹੁੰਦੀ ਹੈ। ਮੈਂ ਤੁਹਾਨੂੰ ਦੱਸਿਆ ਨਹੀਂ ਹੈ, ਬਾਜੇ ਟਾਈਮ ਬਾਂਸ ਤਰ੍ਹਾਂ ਬੰਦੇ ਖੋਖਲੇ, ਕੱਦ ਬੜਾ ਹੋ ਜਾਂਦਾ ਵਿੱਚੋਂ ਖੋਖਲੇ, ਪਰ ਨਹੀਂ, ਕਈਆਂ ਤੇ ਰੱਬ ਦੀ ਰਹਿਮਤ, ਮਾਂ ਪਿਓ ਦੀ ਦੁਆ ਹੁੰਦੀ, ਜਿਵੇਂ ਡਾਕਟਰ ਨਸਰੁੱਲਾ ਸਾਹਿਬ ਨੂੰ, ਤੇ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਇੱਦਾਂ ਹੀ ਪਿੰਡ ਦਾ ਪਿਆਰ ਜਗਾਈ ਰੱਖੇ। ਅੱਛਾ ਅੱਜ ਜਿਹੜਾ ਅਸੀਂ ਤੁਹਾਨੂੰ ਆਏ ਅਸਲ ਮੁੱਦਾ ਵੀ ਇੱਕ ਤਾਂ ਅਸੀਂ ਉਹ ਗਮਲੇ ਲੈਣੇ ਸੀ, ਤੇ ਇਹ ਜਿਹੜੀ ਸਾਡੀ ਰੁੱਖ ਮਾਪਿਆਂ ਵਰਗੀ ਮੁਹਿੰਮ ਹੈ, ਇਹਦੇ ਤੇ ਅਸੀਂ ਪੂਰੀ ਫਿਲਮ ਬਣਾਵਾਂਗੇ ਵੱਖਰੇ, ਜਿਸ ਦਿਨ ਪੌਦੇ ਪੁੱਦੇ ਲਾਏ। ਅੱਜ ਅਸੀਂ ਗੱਲ ਕਰਾਂਗੇ ਬਾਂਸ ਦੀ। ਇਹ ਸਿਰਫ ਇਹ ਨਹੀਂ ਹੈ ਵੀ ਅਖੇ ਬਾਂਸ ਬਾਂਸਰੀ ਵਾਸਤੇ ਆ ਨਾ, ਇਹਦੇ ਹੋਰ ਤੁਹਾਨੂੰ ਅੱਜ ਦਿਖਾਈਏ ਵੀ ਬਾਂਸ ਤਿਆਰ ਕਿੱਦਾਂ ਹੁੰਦਾ। ਜਿੱਦਾਂ ਮਾਂ ਪਿਓ ਸਖਤੀ ਕਰਦਾ ਨਾ ਔਲਾਦ ਨੂੰ ਸਿੱਧਿਆਂ ਕਰਨ ਵਾਸਤੇ, ਵੀ ਜਦੋਂ ਉਸਤਾਦ ਸਖਤੀ ਕਰਦਾ, ਵੀ ਜਦੋਂ ਬਹੁਤੀ ਸਖਤੀ ਨਾਲ ਕਹਿੰਦੇ ਪੈਰ ਸੜਦੇ, ਫਿਰ ਬੰਦਾ ਸਿੱਧਾ ਹੁੰਦਾ। ਬਾਂਸ ਵੀ ਕਹਿੰਦੇ ਇਦਾਂ ਹੀ ਸਿੱਧਾ ਹੁੰਦਾ। ਵੀ ਬਾਂਸ ਕਿੱਦਾਂ ਸਿੱਧਾ ਹੁੰਦਾ ਉਹ ਤੁਹਾਨੂੰ ਅੱਜ ਬਰੀਕੀ ਦਿਖਾਉਂਦੇ ਆ। ਇਹ ਰੰਗ ਰੋਗਨ ਜਦੋਂ ਜੰਮਦਾ ਵੀ ਇਹਦਾ ਅਸਲ ਰੰਗ ਕੀ ਆ, ਤੇ ਜਦੋਂ ਗਾਂ ਆਪਾਂ ਦੇਖਦੇ ਆ ਉਹ ਰੰਗ ਕਿਹੜਾ ਹੁੰਦਾ। ਅੱਜ ਸਾਰਾ ਬਾਂਸ ਦੀ ਦਾਸਤਾਨ ਤੁਹਾਨੂੰ ਸੁਣਾਵਾਂਗੇ। अस्सलाम वालेकुम। ਹਾਂਜੀ ਤੇ ਅੱਜ ਸਾਡੇ ਨਾਲ ਤੁਸੀਂ ਦੇਖ ਰਹੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਸਾਡੇ ਨਾਲ ਆ, ਤੇ ਇਹਨਾਂ ਨੂੰ ਵੀ ਪੌਦਿਆਂ ਦਾ ਇਹਨਾਂ ਨੂੰ ਵੀ ਚਾਅ ਬਹੁਤ ਆ। ਬਾਂਸ ਦੀ ਗੱਲ ਇਹ ਬੜੀ ਕਰਦੇ ਆ। ਬਾਂਸ ਦੇ ਉੱਤੇ, ਫਸਲ ਦੇ ਉੱਤੇ ਇਹਨਾਂ ਨੇ ਪੂਰੀ ਫਿਲਮ ਬਣਾਈ ਸੀ। ਇਹਨਾਂ ਨੇ ਉਦੋਂ ਦੱਸਿਆ ਸੀ ਵੀ ਬਾਂਸ ਖੇਤੀ ਆ, ਇਹਨੂੰ ਇਕੱਲਾ ਰੁੱਖ ਨਾ ਸਮਝਿਓ, ਇਹ ਖੇਤੀ ਆ। ਤੇ ਅੱਜ ਉਸੇ ਸਾਡੀ ਫਿਲਮ ਦਾ ਕਹਿ ਲਓ ਵੀ ਦੂਆ ਹਿੱਸਾ ਇਹ ਆ ਵੀ ਬਾਂਸ ਖੇਤੀ ਕਿੱਦਾਂ, ਉਹ ਦੱਸੋ ਰਾਣਾ ਸਾਹਿਬ। ਦੇਖੋ ਜੀ, ਬਾਂਸ ਜਿਹੜਾ ਵਾ ਨਾ, ਸਿਰਫ ਖੇਤੀ ਨਹੀਂ ਹੈ, ਬਹੁਤ ਸੁਥਰੀ ਖੇਤੀ ਆ। ਕਿ ਬਾਂਸ ਦੀ ਫਸਲ ਜਿਹੜੀ ਆ ਨਾ, ਜਿਹੜੇ ਬਹੁਤ ਲੰਬੇ ਬਾਂਸ ਆ, ਜਿਹੜੀ ਕਾਲਾ ਚਬਾੜੀ ਕਹਿੰਦੇ ਆ, ਮੈਂ ਲਾਇਆ ਜੀ। ਪਹਿਲੀ ਦਫਾ ਇਹ 5 ਸਾਲ ਤਿਆਰ ਹੁੰਦੀ ਆ, ਦੂਸਰੀ ਦਫਾ ਜਿਹੜਾ ਨਾ 3 ਸਾਲ 'ਚ, ਉਸ ਤੋਂ ਬਾਅਦ ਹਰ 3 ਸਾਲ ਬਾਅਦ ਹੋ ਜਾਂਦੀ ਹੈ ਤਿਆਰ। ਇਦਾਂ ਹੀ। ਤੇ ਜਿਹੜਾ ਡਾਂਗਾਂ ਵਾਲਾ ਹੈ ਆ, ਜਿਹਦਾ ਕਿ ਅਸੀਂ ਟਨਲ ਫਾਰਮਿੰਗ 'ਚ ਯੂਜ਼ ਕਰਦੇ ਹਾਂ, ਸਰਗੋਧੇ ਵਾਲੀ ਸਾਈਡ ਤੇ ਜ਼ਿਆਦਾ ਲੱਗਦਾ ਕੋਟ ਮੋਮਨ। ਹਾਂ, ਇਹ 3 ਸਾਲ 'ਚ ਤਿਆਰ। ਤੇ ਇਸ ਦਾ 15 ਤੋਂ 20 ਲੱਖ ਰੁਪਏ ਦਾ ਨਾ ਸਕੋਪ ਹੈਗਾ ਵਾ ਫਸਲ ਦਾ, ਜਿਹੜੀ ਭਾਵੇਂ 3 ਸਾਲ ਬਾਅਦ ਹੋਵੇ, ਭਾਵੇਂ 5 ਸਾਲ ਬਾਅਦ ਹੋਵੇ। ਫਿਰ ਅਸਲ 'ਚ ਇਹ ਹੁੰਦਾ ਕਿ ਚੀਜ਼ਾਂ ਦਾ ਇੰਟਰਨੈਸ਼ਨਲੀ ਦੁਨੀਆ 'ਚ ਨਾ ਸਾਰੀਆਂ ਛਾਵਾਂ ਚੱਲਦੀਆਂ ਮਤਬਾਦਲ ਦੇ ਹਿਸਾਬ ਨਾਲ। ਹੁਣ ਇਹ ਹੋ ਗਿਆ ਲੋਹੇ ਦਾ ਮਤਬਾਦਲ, ਵੀ ਜਿੱਥੇ ਤੁਹਾਡੇ TR ਪੈਣੇ ਆ, ਜਿੱਥੇ ਤੁਸੀਂ ਆਪਣਾ ਸਰੀਆ ਲੱਗਣਾ ਵਾ ਹੈ, ਬਹੁਤ ਸਾਰੀ ਜਗ੍ਹਾ 'ਤੇ ਨਾ ਜਿੱਥੇ ਬਹੁਤ ਲੰਬਾ ਨਹੀਂ ਹੁੰਦਾ, 5-10 ਸਾਲ 15, ਬਲਕਿ ਬਾਂਸਾਂ ਦੇ ਐਸੇ ਢਾਰੇ ਵੀ ਦੇਖੇ ਆ 25-25 30-30 ਸਾਲ, ਜਿਹੜੇ ਨੇ ਇਹਨਾਂ ਨੂੰ ਸਹੀ ਟਰੀਟ ਕਰਕੇ ਲਾਇਆ, ਦਵਾਈ ਵਗੈਰਾ ਲਾ ਕੇ, ਉਹ ਕਿਤੇ ਨਹੀਂ ਜਾਂਦੇ ਹੈ ਇਦਾਂ ਹੀ। ਤੇ ਉਹ ਹੁਣ ਉਹ 60 ਰੁਪਏ ਤੋਂ ਚੱਲ ਕੇ ਨਾ ਹੁਣ ਦੇਖ ਲਓ ਸਰੀਆ ਕਿੱਥੇ ਚਲਾ ਗਿਆ ਵਾ। ਹਾਂਜੀ ਹਾਂ, ਕੱਟ ਉਹੀ ਵੀ ਉਹ 30 ਰੁਪਏ ਤੋਂ ਨਾ 60 ਰੁਪਏ ਤੋਂ ਚੱਲਿਆ, ਤੇ ਹੁਣ ਉਹ ਕਿੱਥੇ ਚਲਾ ਗਿਆ ਵਾ ਸਰੀਆ। ਤੇ ਹੁਣ ਇਸ ਤਰ੍ਹਾਂ ਹੀ ਬਾਂਸ ਮੈਨੂੰ ਯਾਦ ਆ ਕਿ 10 ਕੁ ਸਾਲ ਪਹਿਲੇ ਨਾ ਮੈਂ 5.5 ਰੁਪਏ ਫੁੱਟ ਦੇ ਹਿਸਾਬ ਨਾਲ ਪੱਤੋਕੀ ਤੋਂ ਲਿਆਂਦਾ ਸੀ ਹੈ। ਆ ਜਿਹੜਾ 27 ਫੁੱਟ ਵਾਲੇ ਬਾਂਸ ਆ, ਔਰ ਹੁਣ ਅੱਜ ਕੱਲ ਕੀ ਰੇਟ ਚੱਲ ਰਿਹਾ ਜੀ ਫੁੱਟ ਦਾ? 25, ਯਾਨੀ ਕਿ 5 ਗੁਣਾ ਮਹਿੰਗਾ 10 ਸਾਲ 'ਚ ਹੋ ਗਿਆ। ਯਾਨੀ ਕਿ ਸੋਨੇ ਤੋਂ ਇਲਾਵਾ ਨਾ, ਸੋਨੇ ਦੀ ਰਫ਼ਤਾਰ ਕੁਝ ਸੋਨੇ ਦੀ ਰਫ਼ਤਾਰ ਵੀ ਤਕਰੀਬਨ 5 ਗੁਣਾ ਤੋਂ ਕੁਝ ਉੱਪਰ ਆ, ਵਰਨਾ ਹੋਰ ਕੋਈ ਵੀ ਸ਼ੈ ਜਿਹੜੀ ਹੈ ਨਾ ਇਸ ਰਫ਼ਤਾਰ ਨਾਲ ਨਹੀਂ ਵਧੀ ਹੈ। ਔਰ ਜਿਹੜੀ ਅੰਜਮ ਨੇ ਗੱਲ ਕੀਤੀ ਨਾ ਵੀ ਬਾਂਸਰੀ ਤੋਂ ਲੈ ਕੇ ਤੇ ਬੇੜੀ ਤੱਕ, ਇਹ ਬੇੜੀ ਦਾ ਜਿਹੜਾ ਵਾ ਨਾ, ਉਹਦੇ 'ਚ ਵੀ ਇਹ ਲੰਬੇ ਬਾਂਸ ਜਿਹੜੇ ਆ ਨਾ ਇਹ ਇਸਤੇਮਾਲ ਹੁੰਦੇ ਸੀ। ਤੇ ਉਹ ਕਹਿੰਦੇ ਸੀ ਵੀ ਟੇਕ ਲਾਣਾ ਹੈ, ਉਹ ਜਿੱਥੇ ਵੀ, ਯਾਨੀ ਕਿ ਫਿਰ ਬਹੁਤ ਹੀ ਜਿਹੜੇ ਵੱਡੇ ਦਰਿਆ ਸੀ ਉੱਥੇ ਦੋ ਵੀ ਬੰਦੇ ਟੇਕ ਵਾਲੇ ਹੁੰਦੇ ਸੀ, ਔਰ ਉਹ ਬੇੜੀ ਖੜੀ ਵੀ ਕਰ ਦਿੰਦੇ ਸੀ। ਤੇ ਇਹ ਬਾਂਸ ਜਿੱਥੇ ਕੋਈ ਵੀ ਦਰਖਤ ਨਹੀਂ ਨਾ ਹੈ, ਉੱਥੇ ਬਾਂਸ ਸਾਨੂੰ ਯਾਨੀ ਕਿ ਜਿਹੜਾ ਵਾ ਨਾ ਕੰਮ ਆਉਂਦਾ ਵਾ। ਔਰ ਫਿਰ ਇੱਕ ਵਾਰੀ ਲਾ ਲਓ, ਉਸ ਤੋਂ ਬਾਅਦ ਇਹ ਤੁਸੀਂ ਜਿੰਨੇ ਮਰਜ਼ੀ ਅਰਸੇ ਤੱਕ ਨਾ ਚਲਾਉਂਦੇ ਰਹੋ, ਇਸ ਦਾ ਕੋਈ ਰੌਲਾ ਨਹੀਂ ਹੈ। ਤੇ ਆ ਬਾਕੀ ਹੁਣ ਇਹਨਾਂ ਪੁੱਛਦੇ ਆ ਭਾਈਆਂ ਕੋਲੋਂ ਇਹਨੂੰ ਸਿੱਧਾ ਕਿਸ ਤਰ੍ਹਾਂ ਕਰਦੇ ਆ। ਸਿੱਧਾ ਜੀ ਉਹੀ ਗੱਲ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਬਾਜੇ ਬੰਦੇ ਸਖਤੀ ਤੋਂ ਬਗੈਰ ਸਿੱਧੇ ਨਹੀਂ ਨਾ ਹੁੰਦੇ। ਭੱਠੀ ਦੇ ਵਿੱਚੋਂ ਅੱਜ ਅਸੀਂ ਰਾਣਾ ਸਾਹਿਬ ਨੂੰ ਵੀ ਇਸ ਪਾਸੋਂ ਵਾੜਾਂਗੇ ਤੇ ਉਧਰੋਂ ਕੱਢਾਂਗੇ, ਇਹ ਵੀ ਸਿੱਧੇ ਹੋ ਜਾਣਗੇ। ਇਹ ਜਿੱਥੇ ਬਾਂਸ ਸਿੱਧੇ ਹੁੰਦੇ ਆ ਨਾ, ਅੱਜ ਇਹਨਾਂ ਨੂੰ ਇਹ ਵੀ ਡਰ ਕੋਈ ਨਹੀਂ ਵੀ ਸਿਰ ਦੇ ਵਾਲਾਂ ਨੂੰ ਸੇਕ ਲੱਗ ਜੂ। ਅੱਛਾ, ਇਹ ਇੱਥੇ ਛੋਟੀ ਸਿੱਧੀ ਕਰ ਰਹੇ ਆ।
ਕੋਈ ਬੰਦਾ ਹੈਗਾ ਜੀ ਕਾਰੀਗਰ? ਹਾਂਜੀ ਅੱਛਾ ਮੈਂ ਕਾਰੀਗਰੀ ਚਲੋ ਜੀ। ਨਹੀਂ ਉਹ ਤੁਸੀਂ ਆਪਣਾ ਕੰਮ ਕਰੋ। ਕੋਈ ਨਹੀਂ ਕੰਮ ਕਰਦੇ ਰਹਿਣਾ। ਕਰੋ ਜੀ ਗੱਲ। ਹਾਂ ਅੱਛਾ ਜੀ, ਇਹ ਕਿੰਨਾ ਕੁ ਅਰਸਾ ਸੁਕਾਉਂਦੇ ਆ ਪਹਿਲੇ ਬਾਂਸਾਂ ਨੂੰ ਕਟਾਈ ਤੋਂ ਬਾਅਦ? ਇਹ ਸੁਕਾਨੇ ਨਹੀਂ ਜੀ, ਜਦੋਂ ਬਾਹਰੋਂ ਤਕਰੀਬਨ ਕਟਾਈ ਕਰਕੇ ਆ ਜਾਂਦਾ ਨਾ ਸਾਡੇ ਕੋਲ ਹਾਂ ਤੇ ਇਹਨਾਂ ਦੇ ਸਾਈਜ਼ ਬਣਦੇ ਆ। ਹਾਂ ਸਾਈਜ਼ ਬਣ ਕੇ ਫਿਰ ਸਾਡੇ ਕੋਲੇ ਆ ਜਾਂਦਾ, ਫਿਰ ਅਸੀਂ ਇਹਨੂੰ ਗਿੱਲੇ ਨੂੰ ਤਿਆਰ ਕਰ ਲਈਦਾ। ਅੱਛਾ ਗਿੱਲੇ ਨੂੰ ਹੀ ਯਾਨੀ ਕਿ ਜਿਹੜਾ ਵਾ ਨਾ ਜਣੀ ਜਦੋਂ ਸੁੱਕ ਜਾਂਦਾ ਫਿਰ ਜ਼ਿਆਦਾ ਸੋਹਣਾ ਬਣ ਜਾਂਦਾ ਇਹ, ਹਾਂ, ਸਿੱਧਾ ਹੋ ਜਾਂਦਾ ਤੇ ਗਿੱਲਾ ਜਿਹੜਾ ਸਾਨੂੰ ਤੰਗ ਕਰਦਾ। ਅੱਛਾ ਗਿੱਲਾ ਜਿਹੜਾ ਵਾ ਨਾ ਤੰਗ ਕਰਦਾ। ਹਾਂਜੀ ਤੇ ਇਹ ਕਿੰਨਾ ਕੁ ਯਾਨੀ ਕਿ ਜਿਹੜਾ ਨਾ ਟਾਈਮ ਲੈਂਦਾ ਵਾ? ਲਗਾ ਸਾੜਨਾ ਤੇ ਅੱਗੇ ਜਲਦੀ ਕਰ। ਮੈਂ ਕਿਹਾ ਇਹ ਕਿੰਨੇ ਕੁ ਬਾਂਸ ਤੁਸੀਂ ਨਾ ਜਿਹੜੇ ਇਸ ਹਿਸਾਬ ਦੇ ਕਿੰਨੇ ਕੁ ਸਿੱਧੇ ਕਰ ਦਿੰਦੇ ਆ? ਅਸੀਂ ਇਹ ਤਕਰੀਬਨ ਇਸ ਹਿਸਾਬ ਦੇ ਜਿਹੜਾ 500 ਸੋਟੀ ਕਰ ਲਈਦੀ ਸੀ। 500 ਸੋਟੀ ਕਿੰਨਾ ਟਾਈਮ ਵਿੱਚ 500 ਸੋਟੀ ਕਰਦੇ ਆ? ਇਹ ਦਿਹਾੜੀ 'ਚ ਲੱਗ ਜਾਂਦੇ, ਸਵੇਰ ਅਸੀਂ 6 ਵਜੇ ਸ਼ੁਰੂ ਹੁੰਨੇ ਆ ਹਾਂ। ਤੇ ਸ਼ਾਮੀ 3 ਵਜੇ ਤੱਕ। ਅੱਛਾ 6 ਤੋਂ ਲੈ ਕੇ 9 ਘੰਟੇ ਤਕਰੀਬਨ ਕੰਮ ਕਰਦੇ? ਹਾਂਜੀ 9 ਘੰਟੇ ਕੰਮ 9 ਘੰਟੇ ਹਾਂ। ਤੇ ਇਹ 500 ਸੋਟੀ ਜਿਹੜੀ ਹੈ ਨਾ ਕਰਦੇ? ਹਾਂਜੀ ਇਹ ਤਿਆਰ ਹੋ ਜਾਂਦੀ। ਤੁਸੀਂ ਠੇਕੇ ਦੇ ਕੰਮ ਕਰਦੇ ਆ ਕਿ ਦਿਹਾੜੀ ਤੇ ਕੰਮ? ਨਹੀਂ ਜੀ ਸਾਡੀ ਦਿਹਾੜੀ ਹੈ। ਅੱਛਾ ਦਿਹਾੜੀ ਤੇ ਆ। ਹਾਂਜੀ ਠੀਕ ਹੈ। ਤੇ ਇਹ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਇਹ ਬਾਂਸ ਸਿੱਧੇ ਕਰਦੇ ਆ? ਮੈਂ ਤਕਰੀਬਨ ਜੀ ਕੋਈ 10 ਕੁ ਸਾਲ ਦਾ ਸੀਗਾ। ਅੱਛਾ ਤੇ 10 ਸਾਲ ਉਮਰ ਸੀ ਤੁਹਾਡੀ ਉਦੋਂ ਤੋਂ ਸਿੱਧੇ ਕਰਨ ਲੱਗੇ ਆ? ਹਾਂਜੀ ਤੇ ਇਹ ਪਹਿਲੋਂ ਤੁਹਾਡੇ ਕੋਈ ਵਡਕੇ ਵੀ ਇਹ ਕੰਮ ਕਰਦੇ ਰਹੇ ਆ? ਹਾਂਜੀ ਸਾਡੇ ਵਾਲਦ ਸਾਹਿਬ ਕਰਦੇ ਸੀ। ਅੱਛਾ ਹਾਂ ਤੁਹਾਡੇ ਹੱਥ ਨਾਲ ਲੈ ਲਓ। ਆ ਲੈ ਲਓ। ਸਾਡੇ ਵਾਲਦ ਸਾਹਿਬ ਸਿੱਧੇ ਕਰਦੇ। ਅੱਛਾ ਪਹਿਲੇ ਤੁਹਾਡੇ ਵਾਲਦ ਸਾਹਿਬ ਸਿੱਧੇ ਕਰਦੇ ਸੀ? ਉਹ ਕਰਦੇ ਹੁੰਦੇ ਸੀ ਕੰਮ ਜੀ। ਤੇ ਫਿਰ ਉਹਨਾਂ ਤੋਂ ਤੁਸੀਂ ਯਾਨੀ ਕਿ ਜਿਹੜਾ ਵਾ ਨਾ ਕੰਮ ਸ਼ੁਰੂ ਕੀਤਾ। ਅੱਛਾ ਇੱਥੇ ਕਿੰਨੇ ਕ ਬੰਦੇ ਕੰਮ ਕਰਦੇ ਆ ਬਾਂਸ? ਤਕਰੀਬਨ ਹੈ ਜੀ 15-16 ਜਾਣੇ ਬੰਦੇ ਹੈਗੇ। ਅੱਛਾ ਇਹ ਆ ਤਾਂ ਛੋਟੇ ਬਾਂਸਾਂ ਦੀਆਂ ਇੱਕ ਭੱਠੀ ਆ। ਇੱਕ ਭੱਠੀ ਤੇ 2 ਬੰਦੇ ਕੰਮ ਕਰਦੇ, ਇੱਕ ਜਿਹੜਾ ਵਾ ਗਰਮ ਕਰਦਾ। ਇੱਕ ਹੈਲਪਰ ਹੁੰਦਾ ਵਾ, ਇੱਕ ਸੀਨੀਅਰ ਹੁੰਦਾ। ਅੱਛਾ ਜਿਹੜਾ ਗਰਮ ਕਰਦਾ ਵਾ ਹਾਂਜੀ ਉਹ ਹੈਲਪਰ ਹੁੰਦਾ। ਹਾਂਜੀ ਤੇ ਜਿਹੜਾ ਸਿੱਧਾ ਕਰਦਾ ਵਾ ਉਹ ਉਸਤਾਦ ਹੁੰਦਾ। ਉਸਤਾਦ ਹੁੰਦਾ ਹਾਂਜੀ। ਯਾਨੀ ਕਿ ਤੁਹਾਨੂੰ ਉਸਤਾਦ ਬਣਿਆ ਨੂੰ ਕੋਈ 30 ਸਾਲ ਹੋ ਗਏ? ਹਾਂਜੀ ਹੋ ਗਿਆ ਜੀ। ਅੱਛਾ ਤੇ ਇੱਥੇ ਕਿੰਨੀਆਂ ਕੁ ਭੱਠੀਆਂ ਵਾ? ਪਰ ਇਹ ਇੱਕ ਮਾਲਕ ਦੀਆਂ ਜੀ ਲਾ ਲਓ ਭੱਠੀਆਂ, 2 ਉਧਰ ਆ, ਇੱਕ ਉਹ ਪਿੱਛੇ ਇੱਕ ਆਹ ਵਾ। ਅੱਛਾ ਤੇ ਬਾਕੀ ਉੱਥੇ ਸਟਾਫ ਤੇ ਵੀ ਹੈਗੇ। ਸਟਾਫ ਤੇ ਵੀ ਹੈਗੇ। ਤੇ ਜਿਹੜਾ ਵੱਡਾ ਬਾਂਸ ਆ ਹਾਂਜੀ ਉਹ 25 ਫੁੱਟ ਦਾ 27 ਫੁੱਟ ਦਾ, ਉਹ ਕਿੰਨੇ ਕੁ ਹੁੰਦੇ ਆ ਦਿਨ ਚ ਸਿੱਧੇ? ਉਹ ਤਕਰੀਬਨ ਹੋ ਜਾਂਦਾ ਜੀ 100 ਬਾਂਸ। 100 ਬਾਂਸ ਹੋ ਜਾਂਦਾ? ਹਾਂਜੀ 100 ਬਾਂਸ ਸਿੱਧਾ ਹੋ ਜਾਂਦਾ। ਹਾਂ ਚਲੋ ਆ ਵੀ ਆਪੇ ਕਰਦੇ ਪਏ ਵੱਡੇ ਬਾਂਸ ਸਿੱਧੇ। ਇਹਦੇ ਚ ਕਿਸ ਸ਼ੈ ਦਾ ਖਿਆਲ ਰੱਖਣਾ ਹੁੰਦਾ ਵਾ ਜਦੋਂ ਆ ਗਰਮ ਕਰਦੇ ਆ ਤੁਸੀਂ? ਸਿਰਫ ਜੀ ਖਿਆਲ ਇਹੀ ਹੁੰਦਾ ਕਿ ਜ਼ਿਆਦਾ ਗਰਮ ਅੱਗ ਨਾ ਲੱਗੇ ਇਹਨੂੰ। ਅੱਛਾ ਅੱਗ ਨਾ ਲੱਗੇ। ਲੇਕਿਨ ਇਹਦੇ ਜਿੱਥੇ ਵਿੰਗ ਹੁੰਦਾ ਉੱਥੇ ਜੇ ਅਸੀਂ ਜ਼ਿਆਦਾ ਸੇਕ ਲਾਉਂਦੇ ਆ ਅੱਛਾ ਕਿ ਉਹ ਸਿੱਧਾ ਹੋ ਜਾਏ, ਆਪਣਾ ਜਿਸਮ ਜਿਹੜਾ ਢਿੱਲਾ ਕਰ ਲਵੇ। ਅੱਛਾ ਤੇ ਜਿੱਥੇ ਲਾ ਲਓ ਵੀ ਨਹੀਂ ਵਿੰਗ ਹੁੰਦਾ ਉੱਥੇ ਜਰਾ ਘੱਟ ਲਾ ਲਈਦਾ। ਕਿੰਨਾ ਕੁ ਪੁਰਾਣਾ ਬਾਂਸ ਹੋ ਜਾਏ ਤੇ ਫਿਰ ਜਿਹੜਾ ਸਿੱਧਾ ਨਹੀਂ ਹੁੰਦਾ? ਇਹ ਬਸ ਧੁੱਪ ਨਾਲ ਖਰਾਬ ਨਾ ਹੋਵੇ। ਧੁੱਪ ਨਾਲ ਨਾ ਅਕਸਰ ਇਹ ਕੋਈ 5-6 ਸਾਲ ਪਿਆ ਹੋਵੇ ਪੁਰਾਣਾ, ਤੇ ਧੁੱਪ ਨਾਲ ਇਹਨੂੰ ਚੀਰੇ ਜੇ ਆ ਜਾਂਦੇ ਆ, ਉਹ ਫਿਰ ਸਿੱਧਾ ਨਹੀਂ ਹੁੰਦਾ। ਅੱਛਾ ਤੇ ਕੋਈ ਵੀ ਆਦਤ ਜਿਹੜੀ ਹੈ ਨਾ ਬਹੁਤੀ ਪੁਰਾਣੀ ਹੋ ਜਾਏ ਉਹ ਫਿਰ ਟੁੱਟਦੀ ਨਹੀਂ ਹੈ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਯਾਨੀ ਕਿ ਬਾਂਸ ਵੀ ਜਿਹੜਾ ਵਾਵਾ ਅਰਸਾ ਪਿਆ ਰਹਿ ਜਾਂਦਾ ਨਾ। ਸਾਡਾ ਕੈਮਰਾਮੈਨ ਇਹਦੀ ਹੁਣ ਪੱਕ ਗਈਆਂ ਆਦਤਾਂ। ਤੇ ਉਹ ਆਦਤਾਂ ਪੱਕ ਜਾਂਦੀਆਂ ਨੇ ਜਿਹੜੀਆਂ। ਇਸ ਤਰ੍ਹਾਂ ਬਾਂਸ ਵੀ ਜਿਹੜੇ ਫਿਰ ਬਹੁਤਾ ਅਰਸਾ ਪੈ ਰਹਿ ਜਾਂਦੇ ਆ ਨਾ, ਉਹ ਫਿਰ ਸਿੱਧੇ ਨਹੀਂ ਹੁੰਦੇ। ਬੰਦੇ ਵੀ ਨਹੀਂ ਸਿੱਧੇ ਹੁੰਦੇ। ਹਾਂਜੀ ਟੁੱਟਦੇ ਨਹੀਂ ਹੈਗੇ, ਮਜ਼ਬੂਤ ਰਹਿੰਦੇ, ਲੇਕਿਨ ਉਹ ਸਿੱਧੇ ਨਹੀਂ ਹੁੰਦੇ। ਹਾਂ ਸਿੱਧੇ ਨਹੀਂ ਹੁੰਦੇ। ਹਾਂਜੀ ਅਜੇ ਵੱਡੇ ਵੀ ਦਿਖਾਣੇ ਆ। ਤੇ ਇਹ ਬਾਂਸ ਜਿਹੜਾ ਵਾ ਇਹ ਆਂਦਾ ਇੱਥੋਂ ਕਿੱਥੋਂ? ਜਿਆਦਾ ਸਾਡਾ ਸਰਗੋਦੇ ਆਉਂਦਾ ਜੀ। ਅੱਛਾ ਸਰਗੋਦਿਓਂ ਆਂਦਾ ਵਾ ਬਾਂਸ? ਯਾਨੀ ਕਿ ਭੱਠੀਆਂ ਇੱਥੇ ਆ ਤੇ ਆਂਦਾ ਬਾਂਸ ਉਧਰ ਮਾਲਕ ਜਿਹੜੇ ਸੌਦੇ ਕਰ ਲੈਂਦੇ ਆ ਨਾ, ਤੇ ਫਿਰ ਕਟਾਈ ਕਰਕੇ ਇੱਥੇ ਸਾਡੇ ਕੋਲ ਆ ਜਾਂਦਾ। ਇਹ ਜਿਹੜਾ ਆ ਸੋਟੀਆਂ ਵਾਲਾ ਬਾਂਸ ਤਾਂ ਸਰਗੋਦੇ ਵਾਲੀ ਸਾਈਡ ਤੋਂ ਆਂਦਾ ਵਾ? ਹਾਂਜੀ ਇਹ ਵੀ ਉਧਰ। ਅਤੇ ਕਾਲਾ ਚਬਾੜੀ ਇਹ ਵੀ ਸਰਗੋਦੇ ਵਾਲੀ ਸਾਈਡ ਤੋਂ, ਕੋਟ ਮੋਮਨ? ਹਾਂਜੀ ਉੱਥੋਂ ਹੀ ਆਉਂਦਾ। ਅੱਛਾ ਯਾਨੀ ਕਿ ਉਹ ਫਿਰ ਟਰਾਲਿਆਂ ਵੱਡੇ ਟਰਾਲਿਆਂ ਚ ਆਂਦਾ? ਹਾਂਜੀ ਉਹਨਾਂ ਤੇ ਲੋਕ ਨਹੀਂ ਜੀ ਗੇਟਾ ਪਾਣੀ ਨਹੀਂ ਲੈਂਦੇ। ਹਾਂਜੀ ਇਹਨੂੰ ਪਾਣੀ ਲਾ ਲਓ, ਮਹੀਨੇ ਬਾਅਦ ਲਾ ਦਿਓ, 2 ਹੀ ਮਹੀਨੇ ਲਾ ਦਿਓ, ਪਾਣੀ ਦਾ ਨਹੀਂ ਹੈ। ਲੇਕਿਨ ਜਿੰਨੀ ਇਹਦੀ ਸੇਵਾ ਕਰੋਗੇ ਨਾ ਉਹਨਾਂ ਜ਼ਿਆਦਾ ਫਸਲ ਦੇਗਾ ਇਹ। ਇੱਥੇ ਕੋਈ ਨਾ ਜੀ ਕੋਈ ਐਸ ਇਲਾਕੇ 'ਚ ਵੀ ਜਿਹੜਾ ਵਾ ਕਿਤੇ ਬਾਂਸ ਲੱਗਦਾ? ਹਾਂਜੀ ਹੈਗਾ, ਬਿਲਕੁਲ ਹੈਗਾ। ਕਿੰਨਾ ਕੁ ਬਾਂਸ ਜਿਹੜਾ ਇਸ ਇਲਾਕੇ 'ਚ ਵੀ ਬਹੁਤ ਜ਼ਿਆਦਾ ਹੈਗਾ। ਅੱਛਾ ਆ ਤਾਂਦਲਾ ਵਾ। ਅੱਛਾ ਤਾਂਦਲੇ ਵਾਲੀ ਸਾਈਡ ਤੇ? ਤਾਂਦਲਾ ਸ਼ਹਿਰ ਆ, ਇਹਦੇ ਵਾਲੀ ਸਾਈਡ ਤੇ ਬਹੁਤ ਜ਼ਿਆਦਾ ਲੱਗਾ। ਅੱਛਾ ਇੱਥੇ ਸਾਰਿਆਂ ਤੋਂ ਪਹਿਲੇ ਜਿਹੜੀ ਭੱਠੀ ਇਧਰ ਭੱਠੀ ਕੀ ਫੈਕਟਰੀ ਹੋਈ ਆ? ਹਾਂਜੀ ਇਹ ਸਭ ਤੋਂ ਪਹਿਲੀ ਫੈਕਟਰੀ ਇਹ ਆ ਕਿ ਕੋਈ ਹੋਰ ਕਿ ਜਿਹੜਾ ਵਾ ਨਾ ਇੱਥੇ? ਇਹ ਉਹ ਜੀ ਲਾ ਲਓ ਵੀ ਜਿਹੜੇ ਸਭ ਤੋਂ ਪਹਿਲੇ ਕਰਦੇ ਸੀ ਨਾ, ਤੇ ਕੁਛ ਉਹਨਾਂ ਚੋਂ ਜ਼ਿੰਦਾਬਾਦ ਤੇ ਕੁਛ ਅੱਲਾ ਨੂੰ ਪਿਆਰੇ ਹੋ ਗਏ ਆ। ਬਾਅਦ ਦੇ ਵਿੱਚ ਇਹ ਆਏ ਆ ਮਾਲਕ, ਸਾਡੇ ਵਾਲਦ ਸਾਹਿਬ ਹੁੰਦੇ ਸੀ। ਉਸ ਤੋਂ ਬਾਅਦ ਫਿਰ ਜਿਨ੍ਹਾਂ ਕੋਲ ਅਸੀਂ ਕੰਮ ਕਰ ਰਹੇ ਹੁੰਦੇ ਸੀ। ਅੱਛਾ ਤੇ ਹੁਣ ਬਾਕੀ ਕਾਫੀ ਸਾਰੇ ਘਰ ਹੈਗੇ ਸਾਡੇ ਕੋਲ।
ਚਲੋ ਜੀ ਆਓ ਫਿਰ ਦਿਖਾਣੇ ਆ, ਕਿਉਂਕਿ ਨਿਆਣੇ ਛੋਟੇ ਜਿਹੜੇ ਆ ਨਾ ਉਹ ਸਿੱਧੇ ਕਰਨੇ ਸੌਖੇ ਹੁੰਦੇ ਆ ਤੇ ਬੰਦੇ ਵੱਡੇ ਔਖੇ ਕਰਨੇ ਸੌਖੇ ਹੁੰਦੇ ਆ। ਉਹ ਦੇਖਦੇ ਆ ਕਿ ਹੁਣ ਬਾਂਸ ਮੇਰਾ ਨਾਮ ਮੁਖਤਾਰ ਅਹਿਮਦ ਜੀ। ਮੁਖਤਾਰ ਅਹਿਮਦ ਸਾਹਿਬ ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਅੱਛਾ ਜੀ, ਅਸੀਂ ਇਹ ਗੱਲ ਦੱਸੀ ਨਹੀਂ, ਇਹ ਵੱਡਾ ਜਹਾਂਗੀਰ ਹੈ ਛੋਟਾ? ਅਸੀਂ ਨਾ ਜੀ ਇਸ ਟਾਈਮ ਖਲੋਤੇ ਕਿੱਥੇ ਆ, ਇਹ ਗੱਲ ਅੱਗੇ ਅਸੀਂ ਦੱਸੀ ਨਹੀਂ। ਅਸੀਂ ਕਹਿ ਲਓ ਵੀ ਸਮੁੰਦਰੀ ਤੇ ਲੈਲਪੁਰ ਦੇ ਗੱਬੇ ਕਰਕੇ ਛੋਟਾ ਜਹਾਂਗੀਰ, ਇੱਕ ਵੱਡਾ ਜਹਾਂਗੀਰ ਹੈ, ਇੱਕ ਛੋਟਾ ਜਹਾਂਗੀਰ ਹੈ। ਛੋਟਾ ਜਹਾਂਗੀਰ ਦੇ ਵਿੱਚ ਅਸੀਂ ਖਲੋਤੇ ਆ, ਜਿਹੜਾ ਬਾਂਸਾਂ ਦੇ ਵਿੱਚ ਮਸ਼ਹੂਰ ਆ। ਹਾਂ, ਇਹ ਰਾਣਾ ਖਾਲਦ ਦੀ ਇੱਥੇ ਰਿਸ਼ਤੇਦਾਰੀ ਵੀ ਆ। ਤੇ ਕੀ ਨਾਮ ਮੁੰਡੇ ਦਾ? ਰਾਣਾ ਅਲੀ। ਰਾਣਾ ਅਲੀ ਆ ਇਹਦਾ ਭਾਣਜਾ, ਇੱਥੇ ਰਹਿੰਦਾ। ਛੋਟੇ ਜਹਾਂਗੀਰ ਹੈ, ਅੱਛਾ ਵੱਡੇ ਜਹਾਂਗੀਰ ਦਾ। ਨਾਲ ਸਾਡੇ ਇੱਥੇ ਦਾਲੋਵਾਲ ਸ਼ਰੀਫ ਵੀ ਇੱਥੋਂ ਲੱਗ ਗਈ ਆ। ਸੂਫੀ ਬਰਕਤ ਲੁਧਿਆਣਵੀ ਰਹਿਮਤੁल्लाह ਅਲੈਹ, ਉਹਨਾਂ ਦਾ ਮਜ਼ਾਰ ਸ਼ਰੀਫ ਇੱਥੇ ਆ, ਦੁਨੀਆ ਜਾਣਦੀ। ਤੇ ਇੱਥੇ ਬਾਂਸਾਂ ਦਾ ਨਾ ਜੀ ਇੱਥੇ ਕੰਮ ਚਾਲੂ ਹੋਇਆ ਸੀ, ਹੁਣ ਇਹ ਮਾਰਕੀਟ ਬਣ ਗਈ। ਹਜੇ ਤੁਹਾਨੂੰ ਅਸੀਂ ਉਹ ਗਮਲੇ ਬਾਅਦ 'ਚ ਦਿਖਾਉਂਦੇ ਆ, ਟਾਈਮ ਥੋੜਾ। ਤੇ ਅਸੀਂ ਕਿਹਾ ਵੀ ਉਹ ਕਿਤੇ ਭੱਠੀ ਨਾ ਬੰਦ ਕਰ ਦੇਣ। ਵੱਡੇ ਬਾਂਸ ਤੁਹਾਨੂੰ ਜਿਹੜੇ ਚਿੱਟੇ ਬਾਂਸਾਂ ਤੋਂ ਲਾਲ ਕਿੱਦਾਂ ਹੁੰਦੇ ਆ ਤੇ ਸਿੱਧੇ ਕਿੱਦਾਂ ਹੁੰਦੇ, ਇਹ ਗੱਲ ਤੁਹਾਡੇ ਚੋਂ ਕਿਹੜਾ ਬੰਦਾ ਗੱਲਬਾਤ ਕਰਦਾ? ਉਸਤਾਦ ਕਿਹੜਾ ਉਹ? ਖਲੋਤੇ ਰਹੋ ਉੱਥੇ, ਖਲੋਤੇ ਰਹੋ। ਜੀ ਅਸਲਾਮ ਵਾਲੇਕਮ। ਵਾਲੇਕਮ ਸਲਾਮ। ਕੀ ਹਾਲ? ਠੀਕ ਠਾਕ ਜੀ। ਕੀ ਆਪਣਾ ਨਾਮ ਕੀ ਆ? ਅਸਮਾਨ। ਅਸਮਾਨ। ਅੱਛਾ ਅਸਮਾਨ ਸਾਹਿਬ, ਆ ਬਾਂਸਾਂ ਨੂੰ ਨਾ ਪਹਿਲਾਂ ਤਾਂ ਸਾਨੂੰ ਇਹ ਦੱਸੋ ਸਭ ਤੋਂ ਪਹਿਲਾਂ ਵੀ ਇਹ ਰੰਗ ਕਿਉਂ ਲਾਉਂਦੇ ਆ? ਇਹ ਰੰਗ ਖੂਬਸੂਰਤੀ ਵਾਸਤੇ ਜੀ। ਅੱਛਾ, ਖੂਬਸੂਰਤੀ ਕਰਕੇ ਜੀ। ਬਾਕੀ ਇਹਦੇ 'ਚ ਯਾਨੀ ਕਿ ਕੋਈ ਮਜ਼ਬੂਤੀ ਦਾ ਤੇ ਇਹਦੇ 'ਚ ਕੋਈ ਰੌਲਾ ਕੋਈ ਨਹੀਂ। ਅੱਛਾ, ਤੇ ਇਹ ਫਿਰ ਰੰਗ ਜਿਹੜਾ ਵਾ ਜ਼ਿਆਦਾਤਰ ਹੀ ਲਾਲ ਹੀ ਲੱਗਦਾ ਵਾ। ਹਾਂਜੀ। ਹੈ ਤੇ ਅੱਛਾ, ਕਿਉਂ ਸਾਨੂੰ ਉਸ ਪਾਸੇ ਟਪਾਇਓ? ਇੱਕ ਮਿੰਟ, ਇੱਕ ਮਿੰਟ ਆਜੋ, ਇੱਧਰ ਆਜੋ। ਅੱਛਾ ਕਰੋ ਗੱਲ। ਅੱਛਾ, ਇਹ ਫਿਰ ਇਹ ਕਰਦੇ ਆ ਰੰਗ ਉਦੋਂ ਹੀ ਜਦੋਂ ਗਰਮ ਕਰਨਾ ਹੁੰਦਾ ਉਦੋਂ ਹੀ ਲਾਉਂਦੇ ਆ? ਹਾਂਜੀ। ਅੱਛਾ, ਇਹਨੂੰ ਪਹਿਲੇ ਕਿਉਂ ਨਹੀਂ ਰੰਗ ਲਾ ਕੇ ਰੱਖਦੇ ਆ? ਇਹ ਵੈਸੇ ਸਜਾਵਟ ਵਾਸਤੇ ਰੰਗ ਲਾਈਦਾ ਜੀ, ਅੱਗ ਦੇ ਵਿੱਚੋਂ ਜਦੋਂ ਲੰਘਦਾ ਹੈ ਰੰਗ ਪੱਕਾ ਹੋ ਜਾਂਦਾ। ਅੱਛਾ, ਰੰਗ ਪੱਕਾ ਹੋ ਜਾਂਦਾ ਵਾ, ਲੇਕਿਨ ਬਾਅਦ ਵੀ ਹੱਥਾਂ ਨੂੰ ਤਾਂ ਚੜਦਾ ਰਹਿੰਦਾ ਵਾ। ਹਾਂ ਹਾਂਜੀ, ਉਹ ਤਾਂ ਲੱਗਦਾ ਰਹਿੰਦਾ ਮਾੜਾ ਮੋਟਾ ਜੀ। ਅੱਛਾ, ਇਹ ਜਿਹੜੇ ਵੱਡੇ ਬਾਂਸ ਆ, ਹਾਂਜੀ, ਇਹ ਤੁਸੀਂ ਕਿੰਨੇ ਕ ਬਾਂਸ ਦਿਹਾੜੀ ਦੇ ਯਾਨੀ ਕਿ ਜਿਹੜਾ ਇੱਕ ਭੱਠੀ ਤੇ ਸਿੱਧੇ ਹੁੰਦੇ ਆ? ਉਹ ਕਰ ਹੀ ਲਈਦਾ ਜੀ 120 30 40 150 ਤੱਕ ਵੀ ਕਰ ਲਈਦਾ ਵਾ। ਤੁਸੀਂ ਦਿਹਾੜੀ ਤੇ ਕਿ ਠੇਕੇ ਤੇ ਕੰਮ ਅਸੀਂ ਕਰਦੇ? ਦਿਹਾੜੀ ਤੇ ਹੈ ਜੀ। ਅੱਛਾ, ਕਿੰਨੇ ਵਜੇ ਕੰਮ ਸ਼ੁਰੂ ਕਰਦੇ ਆ? ਸਵੇਰ 4 ਵਜੇ ਜੀ। ਸਵੇਰ 4 ਵਜੇ ਤੇ ਖਤਮ ਕਿੰਨੇ ਵਜੇ ਕਰਦੇ ਆ? 12 ਵਜੇ ਜੀ। 12 ਵਜੇ, ਯਾਨੀ ਕਿ 8 ਘੰਟੇ ਜਿਹੜਾ ਨਾ ਕੰਮ ਹਾਂਜੀ, ਕਰਦੇ। ਡਿਊਟੀ 8 ਘੰਟੇ ਦੇਣੀ ਹੈ ਜੀ। 8 ਘੰਟਿਆਂ 'ਚ ਕੋਈ 120 ਕ ਬਾਂਸ ਜਿਹੜੇ ਆ ਨਾ ਹਾਂਜੀ। ਉਹ ਤੇ ਇੱਕ ਬੰਦਾ ਗਰਮ ਕਰਦਾ ਵਾ ਤੇ ਦੂਸਰਾ ਬੰਦਾ ਸਿੱਧੇ ਕਰਦਾ ਵਾ। ਹਾਂਜੀ। ਤੇ ਜਿਹੜਾ ਤਜਰਬਾਕਾਰ ਬੰਦਾ ਹੁੰਦਾ ਵਾ ਉਹ ਸਿੱਧੇ ਕਰਦਾ ਵਾ ਕਿ ਗਰਮ ਕਰਦਾ? ਨਹੀਂ ਜੀ, ਜਿਹੜਾ ਸਿੱਧੇ ਕਰਦਾ ਉਹੀ ਹੁੰਦਾ ਜੀ ਉਹੀ ਤਜਰਬਾਕਾਰ ਹੁੰਦਾ ਵਾ। ਇਹਦੇ 'ਚ ਕਿਹੜੀ ਗੱਲ ਦਾ ਖਿਆਲ ਰੱਖਦੇ ਆ ਜਦੋਂ ਸਿੱਧੇ ਕਰਦੇ ਆ? ਇਹਦਾ ਇਹ ਖਿਆਲ ਰੱਖੀਦਾ ਜੀ, ਇਹ ਟੁੱਟਣ ਤੋਂ ਬਚਾਈਦਾ ਵਾ, ਅੱਛਾ, ਸੜਨ ਤੋਂ ਬਚਾਈਦਾ ਵਾ। ਅੱਛਾ। ਹਾਂਜੀ। ਟੁੱਟਦਾ ਇਹ ਕਦੋਂ? ਜਦੋਂ ਬਹੁਤਾ ਗਰਮ ਹੋ ਜਾਂਦਾ ਵਾ? ਹਾਂਜੀ, ਬਹੁਤਾ ਗਰਮ ਹੋ ਜਾਂਦਾ। ਅੱਛਾ, ਤੇ ਇਹ ਫਿਰ ਇਹ ਇੱਕ ਵਾਰੀ ਜਦੋਂ ਸਿੱਧਾ ਹੋ ਜਾਏ ਬਾਅਦ ਵਿੱਚ ਵਿੰਗਾ ਤਾਂ ਨਹੀਂ ਹੁੰਦਾ? ਨਹੀਂ ਜੀ, ਬਾਅਦ ਚੋਂ ਨਹੀਂ ਹੁੰਦਾ। ਅੱਛਾ, ਫਿਰ ਇਹ ਰੌਲਾ ਮੁੱਕ ਜਾਂਦਾ। ਗਿੱਲਾ ਹੀ ਕਰਦੇ ਆ? ਨਹੀਂ ਜੀ, ਸੁੱਕਾ ਵੀ ਹੋ ਜਾਂਦਾ, ਗਿੱਲਾ ਵੀ ਹੋ ਜਾਂਦਾ ਵਾ। ਸੌਖਾ ਕਿਹੜਾ ਵਾ? ਗਿੱਲਾ? ਸੌਖਾ ਇਹ ਨਾਰਮਲ ਹੋ ਜਾਂਦਾ ਜੀ, ਨਾਰਮਲ ਜਿਹਾ ਹੋ ਜਾਵੇ ਨਾ ਬਾਂਸ, ਹਾਂ, ਉਹ ਸਿੱਧਾ ਜ਼ਿਆਦਾ ਸਿੱਧਾ ਹੋ ਜਾਂਦਾ ਵਾ। ਤੇ ਇੱਕ ਭੱਠੀ 'ਚ ਕਿੰਨਾ ਕੁ ਬਾਲਣ ਜਿਹੜਾ ਵਾ ਨਾ ਇੱਕ ਦਿਹਾੜੀ ਚ ਲਾ ਦਿੰਦੇ ਆ? ਬਹੁਤ ਬਾਲਣ ਬਹੁਤ ਲੱਗਦਾ ਜੀ। ਹੈਂ? ਕੋਈ ਹੈ ਅੰਦਾਜ਼ਾ, ਕੋਈ ਮਣਾ? 7 8 10 ਮਣ ਲੱਗ ਜਾਂਦਾ 10 ਮਣ ਬਾਲਣ ਯਾਨੀ ਕਿ ਜਿਹੜਾ ਵਾ ਨਾ ਰੋਜ਼ਾਨਾ ਇੱਕ ਭੱਠੀ 'ਚ ਹਾਂਜੀ ਲੱਗਦਾ ਲੱਗ ਜਾਂਦਾ ਵਾ। ਇਹ ਯਾਨੀ ਕਿ ਖਰਚਾ ਜਿਹੜਾ ਵਾ ਨਾ ਹੁੰਦਾ ਵਾ। ਤੇ ਇਹ ਬਾਂਸ ਹੁਣ ਆ ਜਿਹੜਾ ਬਾਂਸ ਆ ਇਹਦਾ ਕੀ ਰੇਟ ਆ? ਇਹ ਰੇਟ ਦਾ ਜੀ ਮਾਲਕਾਂ ਨੂੰ ਵੀ ਪਤਾ ਵਾ। ਤੁਸੀਂ ਤਾਂ ਸਿੱਧੇ ਕਰਦੇ? ਹਾਂਜੀ, ਸਿੱਧੇ ਕਰਦੇ ਜੀ। ਹਾਂ, ਠੀਕ ਆ। ਤੇ ਇਹ ਕਿੰਨੇ ਕੁ ਫੁੱਟ ਦਾ ਹੁੰਦਾ ਬਾਂਸ ਵੈਸੇ? ਇਹ 25 ਫੁੱਟ ਤੋਂ ਲਾਇਆ ਗਿਆ ਜੀ 36 ਫੁੱਟ ਤੱਕ ਲੱਗੀ ਹੈ। ਜਿਹੜਾ 36 ਫੁੱਟ ਦਾ ਬਾਂਸ ਆ ਉਹ ਕਿੱਥੇ ਇਸਤੇਮਾਲ ਹੁੰਦਾ ਜ਼ਿਆਦਾ? ਇਹ ਪੌੜੀਆਂ ਤੇ ਜੀ। ਪੌੜੀਆਂ ਤੇ? ਪੌੜੀਆਂ ਉਹ ਕਿੱਥੇ ਲੱਗਦੀਆਂ? ਜਾਮਣਾ ਵਾਸਤੇ। ਅੱਛਾ, ਜਾਮਣਾ, ਕਿਉਂਕਿ ਇਸ ਇਲਾਕੇ 'ਚ ਨਾ ਜਾਮਣ ਬਹੁਤ ਲੱਗਦੀ ਆ। ਅਰੇ ਇੱਥੇ ਸੈਂਕੜਿਆਂ ਦੇ ਹਿਸਾਬ ਨਾਲ ਨਾ, ਯਾਨੀ ਕਿ ਅਗਰ ਤੁਸੀਂ ਵੱਡੇ ਬਾਂਸ ਲੈਣ ਆਓ ਨਾ, ਇਹ ਕਹਿੰਦੇ ਨਹੀਂ ਸਾਡੀ ਬੁਕਿੰਗ ਹੋਈ ਆ, ਅਸੀਂ 200 ਪੌੜੀ ਫਲਾਂ ਜਗ੍ਹਾ ਤੇ ਦੇਣੀ ਆ, 300 ਪੌੜੀ ਫਲਾਂ ਜਗ੍ਹਾ ਤੇ ਦੇਣੀ ਆ। ਤੇ ਇਹ ਇਹਨਾਂ ਦਾ ਯਾਨੀ ਕਿ ਵੱਡੇ ਗਾਹਕ ਇਹਨਾਂ ਦੇ ਨਾ ਜਾਮਣ ਵਾਲੇ। ਦੇਖੋ ਇੱਕ ਕੰਮ ਤੋਂ ਦੂਸਰਾ ਕੰਮ ਕਿਸ ਤਰ੍ਹਾਂ ਚੱਲਦਾ। 85 'ਚ ਜਾਮਣਾਂ ਲੱਗਦੀਆਂ, 85 86 'ਚ, ਤੇ ਬਾਂਸਾਂ ਦੀਆਂ ਪੌੜੀਆਂ ਜਿਹੜੀਆਂ ਨਾ ਇੱਥੇ ਸਾਰੀਆਂ ਛੋਟੇ ਜਹਾਂਗੀਰ 'ਚ ਬਣਦੀਆਂ ਵਾ। ਅੱਛਾ, ਇਹ ਨਾ ਜੀ ਪਟਾਕੇ ਜੇ ਵੱਜਦੇ ਆ? ਇਹ ਗੈਸ ਹੁੰਦੀ ਆ ਜੀ। ਅੱਛਾ। ਗੈਸ ਦੀ ਵਜ੍ਹਾ ਜੀ, ਉਹ ਗੈਸ ਪੈਦਾ ਹੋ ਜਾਂਦੀ ਆ, ਉਹ
ਫਟਦੀ ਹੈ ਉਹਦੀ ਵਜ੍ਹਾ ਤੋਂ ਪਟਾਕੇ ਵੱਜਦੇ ਆ ਵਾਂਸ ਪਟਾਕੇ ਮਾਰਦਾ ਵਾ ਇਹਦੇ ਵਿੱਚ ਹੁੰਦਾ ਜੀ ਪੋਲ ਹੁੰਦਾ ਵਾ ਉਹਦੀ ਵਜ੍ਹਾ ਤੋਂ ਜੋ ਗੈਸ ਪੈਦਾ ਹੋ ਜਾਂਦੀ ਉਹਦੇ ਅੰਦਰ ਉਹ ਫਟਦਾ ਉਹਦੀ ਵਜ੍ਹਾ ਤੋਂ ਪਟਾਕਾ ਵੱਜਦਾ ਜੀ ਤੇ ਉਹਦੇ ਚ ਮੋਹਰੀ ਤਾਂ ਨਹੀਂ ਹੁੰਦੀ? ਨਹੀਂ ਜੀ ਸਰਾਖ ਤੇ ਕੋਈ ਨਹੀਂ ਹੁੰਦਾ ਇਹ ਪੋਲ ਹੀ ਹੁੰਦਾ ਇਹਦੇ ਵਿੱਚ ਆ ਸਾਰਾ ਪੋਲ ਹੀ ਆ ਮਿੱਟੀ ਦੇ ਵਿੱਚ ਆ ਇੱਥੇ ਆ ਕੇ ਸਖਤ ਹੋ ਜਾਂਦਾ ਵਾ ਜੀ ਅੱਛਾ ਮੈਂ ਤਾਂ ਕਿਹਾ ਕੋਈ ਬੰਦਾ ਬੈਠਾ ਵਿੱਚ ਵੀ ਜੋ ਸਿੱਧਾ ਹੋ ਜਾਂਦਾ ਤਾੜੀਆਂ ਮਾਰਦਾ ਮੈਂ ਸਮਝ ਰਿਹਾ ਸੀ। ਬੜੀ ਮਿਹਰਬਾਨੀ। ਆਓ ਜੀ ਇੱਧਰ ਵੀ ਦੇਖਦੇ ਆ ਇੱਧਰ ਕੀ ਹੋ ਰਿਹਾ। ਆ ਸਾਡਾ ਭਰਾ ਜੀ ਕੀ ਨਾਮ ਰਿਆਜ਼ ਰਕਸ਼ੇ ਵਾਲਾ ਜੀ ਲੋਡ ਕਰਕੇ ਲੈ ਜਾਂਦਾ। ਹਾਂ ਇਹ ਲੋਡ ਕਰਕੇ ਲੈ ਜਾਂਦਾ ਇੱਥੋਂ ਤੇ ਉਹ ਆਪਣਾ ਰਿਜ਼ਕੇ ਹਲਾਲ ਕਮਾਉਂਦਾ ਤੇ ਉਹ ਕਹਿੰਦਾ ਵੀ ਫਿਲਮ 'ਚ ਅਸੀਂ ਵੀ ਆਣਾ। ਮੈਂ ਕਿਹਾ ਜੀ ਯਾਰ ਤੂੰ ਤਾਂ ਆਣਾ ਹੀ ਆਣਾ ਤੂੰ ਕਿਉਂ ਨਹੀਂ ਆਣਾ? ਅੱਛਾ ਤੁਸੀਂ ਸਵੇਰ ਤੋਂ ਸ਼ਾਮ ਤੱਕ ਇੱਥੇ ਹਾਂਜੀ ਅਸੀਂ ਲੋਡ ਕਰਕੇ ਲੈ ਜਾਈਦਾ ਗੋਜਰੇ ਫੈਸਲਾਬਾਦ ਜੋਲਾਂ 'ਚ। ਅੱਛਾ ਬੜੀ ਦੂਰ ਦੂਰ ਤੱਕ ਇੱਥੋਂ ਆਣ ਕੇ ਜਿਹੜਾ ਬਣਾ ਤੁਹਾਨੂੰ ਵੀ ਅੱਛਾ ਤੁਹਾਡੇ ਨਾਲ ਵੀ ਗੱਲ ਕਰਦੇ ਆ। ਆ ਜਾਓ ਇੱਕ ਮਿੰਟ ਇੱਥੋਂ ਗਾਂ ਲੈ ਜਾਂਦੇ ਅੱਛਾ ਇਹ ਗਾਲ ਜਾਣਾ ਬਹੁਤ ਔਖਾ ਹੁੰਦਾ। ਇਹ ਲਓ ਜੀ ਇਹ ਇੰਪੋਰਟ ਵਾਲੇ ਆ ਤੇ ਇਹ ਐਕਸਪੋਰਟ ਵਾਲੇ ਆ। ਇਹ ਮੇਰਾ ਨਾਮ ਲਿਆਕਤ ਅਲੀ ਆ। ਹਾਂਜੀ ਲਿਆਕਤ ਦਾ ਪੁੱਛੋ ਜੀ। ਹਾਂ ਲਿਆਕਤ ਸਾਹਿਬ ਤੁਸੀਂ ਕਿਹੜੇ ਇਲਾਕੇ ਚੋਂ ਇਹ ਬਾਂਸ ਲੈ ਕੇ ਆਉਂਦੇ ਮੈਂ ਜੀ ਸਰਗੋਧਿਓਂ ਲਾਲੀਆਂ ਅੱਛਾ ਤੇ ਭੁਆਣਾ ਅੱਛਾ ਚਨਿਓਟ। ਤੁਹਾਡੇ ਕੋਲ ਕਿਹੜੀ ਗੱਡੀ ਆ? ਮੇਰੇ ਕੋਲ ਫੀਟ 640 ਆ ਜੀ। ਫੀਟ 640 ਟਰਾਲਾ ਉਹਦੇ ਹਾਂਜੀ ਪਿੱਛੇ ਟਰਾਲੇ ਉਹ ਖੜੇ ਆ ਟਰੈਕਟਰ ਉੱਤੇ ਆ ਸਾਹਮਣੇ। ਅੱਛਾ ਇੱਕ ਟਰਾਲੇ 'ਚ ਕਿੰਨਾ ਕੁ ਬਾਂਸ ਜਿਹੜਾ ਵਾ ਨਾ ਲੈ ਜਾਂਦੇ ਆ? 1400 1500 ਬਾਂਸ ਆ ਜਾਂਦਾ ਜੀ ਜਿਹੜਾ ਮੋਟਾ ਬਾਂਸ। 1400 1500 ਆ ਜਿਹੜਾ 27 28 ਫੁੱਟ ਦਾ ਜਿਹੜਾ ਵਾ। ਹਾਂਜੀ ਅੱਛਾ ਜਿਹੜੇ ਛੋਟੇ ਬਾਂਸ ਆ ਉਹ ਵੀ ਨਾਲ ਹੀ ਲੈਣੇ ਆ ਕਿ ਅਲੱਗ ਤੋਂ ਲਿਆਉਂਦੇ ਨਹੀਂ ਉਹ ਮੁxtਲਫ ਹੀ ਹੁੰਦੇ ਆ ਯਾਨੀ ਕਿ ਮਿਕਸ ਹੀ ਹੁੰਦੇ ਆ ਸਾਰੇ। ਅੱਛਾ ਮਿਕਸ ਹੀ ਹੁੰਦੇ ਆ ਤੇ ਇਹ ਉੱਥੋਂ ਖੇਤਾਂ ਚੋਂ ਜ਼ਿਮੀਦਾਰ ਕੋਲ ਖਰੀਦ ਕੇ ਲਿਆਉਂਦੇ ਆ ਕਿ ਵਪਾਰੀਆਂ ਕੋਲੋਂ ਲਿਆਉਂਦੇ ਆ? ਇਹਨੇ ਜੀ ਜ਼ਿਮੀਦਾਰਾਂ ਕੋ ਖਰੀਦ ਲਏ ਆ। ਅੱਛਾ ਮਾਲਕ ਸਾਡੇ ਖਰੀਦ ਲੈਂਦੇ ਆ। ਅੱਛਾ ਮਾਲਕ ਖਰੀਦ ਲੈਂਦੇ ਪੂਰਾ ਖੇਤ ਫਿਰ ਗਾਂ ਉੱਥੇ ਲੇਬਰਾਂ ਲੱਗੀਆਂ ਵਾ ਮਜ਼ਦੂਰ ਲੱਗੇ ਆ। ਉਹ ਕਟਾਈ ਕਰਦੇ ਆ? ਉਹਨਾਂ ਦੀ ਕਟਾਈ ਆ ਪਹਿਲਾਂ ਉਹਨਾਂ ਨੇ ਛਾਂਗਣਾ ਵੱਢਣਾ ਫਿਰ ਉਹਨਾਂ ਨੇ ਲੱਦਣਾ ਫਿਰ ਉਹਨਾਂ ਨੂੰ ਮਜ਼ਦੂਰੀ ਦੇ ਫਿਰ ਉਹਨਾਂ ਨੂੰ ਅਲੱਗ-ਅਲੱਗ ਕਰਨਾ ਜਿਹੜਾ ਛੋਟੇ ਵੱਡੇ ਨਹੀਂ ਮਿਕਸ ਹੀ ਲੱਦ ਦੇਣਾ। ਅੱਛਾ ਮਿਕਸ ਹੀ ਲੱਦ ਦੇਣਾ ਤੇ ਛਾਂਟੀ ਇੱਥੇ ਆ ਕੇ ਹੁੰਦੀ ਹੈ? ਛਾਂਟੀ ਇੱਥੇ ਆਣ ਕੇ ਸਾਈਜ਼ ਕੱਟਣੇ ਇਹਨਾਂ ਨੇ ਉੱਥੋਂ ਫਿਰ ਸਾਈਜ਼ ਕੱਟ ਕੇ ਫਿਰ ਛਾਂਟੀ। ਅੱਛਾ ਜਿਹੜਾ ਬਹੁਤ ਸਾਰਿਆਂ ਤੋਂ ਪਤਲਾ ਜਾ ਵਾ ਬਾਂਸ ਜੀ ਉਹ ਕਿਸ ਕੰਮ 'ਚ ਇਸਤੇਮਾਲ ਹੁੰਦਾ? ਉਹ ਸਬਜ਼ੀ 'ਚ ਇਸਤੇਮਾਲ ਹੁੰਦਾ। ਅੱਛਾ ਜਾਂ ਜ਼ਿਆਦਾ ਛਤੜੀ ਨਹੀਂ ਜਿਹੜੀ ਬਣੀ ਆ ਉਹ ਦੇਖੋ ਹਾਂ ਇਹਦੇ ਵਿੱਚ ਇਸਤੇਮਾਲ ਹੁੰਦਾ। ਛਤਰੀ ਜੀ ਦਿਖਾਓ ਜੀ ਬਾਂਸ ਲੱਗਿਆ ਦਿਖਾਓ। ਇਹ ਛਤਰੀਆਂ ਬੰਦਿਆਂ ਨੇ ਦੇਖੀਆਂ ਹੀ ਆ ਪਰ ਇਹਦੇ ਵਿੱਚ ਜਿਹੜੀ ਅਸਲ ਜਾਨ ਆ ਉਹ ਨਹੀਂ ਦੇਖੀ ਬੰਦਿਆਂ ਨੇ। ਆਹ ਬਾਂਸ ਲੱਗੇ ਹਾਂ ਆਹ ਬਾਂਸ ਬੜੇ ਬਣੇ ਹੁੰਦੇ ਆ ਜਪਾਨ ਨਾਲ ਡੈਕੋਰੇਸ਼ਨ। ਆ ਦੇਖੋ ਨਾ ਆ ਇੱਕ ਚੀਜ਼ ਦਾ ਨਹੀਂ ਅਸੀਂ ਇਸਤੇਮਾਲ ਕੀਤਾ। ਆ ਪਿੱਲਰ ਦੇ ਤੌਰ ਤੇ ਇਸਤੇਮਾਲ ਹੋਏ ਆ। ਦੇਖੋ ਪਿੱਲਰ ਆ ਬਣਾਏ ਤਿੰਨ ਬਾਂਸ ਕੱਟੇ ਪਿੱਲਰ ਦੇ ਤੌਰ ਤੇ ਆ ਇੰਨਾ ਵੱਡਾ ਸਟਰਕਚਰ ਆ ਵੀ ਇਹ ਦੇਖ ਲਓ 20 ਤੇ 20 40 ਫੁੱਟ ਚੌੜਾ ਹੋਣਾ ਤੇ ਇੰਨਾ ਕੁ 80 ਫੁੱਟ ਇਸ ਤਰ੍ਹਾਂ ਲੰਬਾ ਹੋਣਾ ਤੇ ਇਹਦੇ 'ਚ ਕੋਈ ਸ਼ੈ ਨਹੀਂ ਸਿਵਾਏ ਬਾਂਸ ਤੋਂ। ਟਨਲ ਵੀ ਇਹਦੇ ਤੇ ਹੀ ਖੜਦਾ ਸਾਰਾ ਯਾਨੀ ਕਿ ਇਹਦੇ ਪਿੱਲਰ ਵੀ ਬਾਂਸ ਦੇ ਆ ਇਹਦੇ ਗਾਡਰ ਵੀ ਬਾਂਸ ਦੇ ਆ ਤਿੰਨ ਚਾਰ ਤੇ ਬਾਕੀ ਯਾਨੀ ਕਿ ਸ਼ਤੀਰ ਵੀ ਬਾਂਸ ਦੇ। ਗੱਲ ਕਰਨੀ ਕਿਸੇ ਹੈਲੋ ਹਾਂ ਅੱਜ ਅੱਜ ਤੂੰ ਕਹਿ ਰਿਹਾ ਸੀ ਵੀ ਬੰਦਾ ਸਿੱਧਾ ਕਰਨਾ। ਹਾਂਜੀ ਅਸੀਂ ਇੱਕ ਬੰਦਾ ਸਿੱਧਾ ਕਰਾਣਾ ਜੀ। ਇਹ ਜਿਵੇਂ ਬਾਂਸ ਸਿੱਧਾ ਕਰ ਰਹੇ ਆ ਨਾ ਇਹਨੂੰ ਜੀ ਇੱਕ ਪਾਸੋਂ ਵਾੜ ਕੇ ਦੂਏ ਪਾਸੇ ਕੱਢ ਦੋ ਤੇ ਇਹ ਸਿੱਧਾ ਹੋ ਜਵੇ ਜੀ ਮਿਹਰਬਾਨੀ ਆਪੇ ਸਿੱਧਾ ਕਰ। ਚਲੋ ਜੀ ਜੁੱਤੀ ਲਾਓ। ਅੱਛਾ ਹਾਂਜੀ ਅੱਛਾ ਲਾ ਕੇ ਸ਼ੁਰੂ ਹੋ ਜਾ। ਇਧਰ ਨੂੰ ਆਓ ਹੁਣ ਤੁਹਾਨੂੰ ਗਮਲੇ ਵੀ ਦਿਖਾਓ। ਐਂ ਨੂੰ ਚਲੋ ਗੱਲ ਕਰਦੇ। ਰਾਣਾ ਸਾਹਿਬ ਨਾ ਜੀ ਜਿੰਨੀ ਬਰੀਕੀ ਦੇ ਨਾਲ ਇੰਟਰਵਿਊ ਕਰਦੇ ਆ ਵੀ ਜਿੱਦਾਂ 17ਵੇਂ ਸਕੇਲ ਦੀ ਨੌਕਰੀ ਦੇਣੀ ਹੁੰਦੀ ਬੰਦੇ ਨੂੰ। ਇਹਨਾਂ ਨੇ ਕਿਸੇ ਥਾਂ ਤੋਂ ਸਾਨੂੰ ਕੁੱਟ ਵੀ ਪਵਾ ਦੇਣੀ ਹੈ ਵੀ ਕੰਮ ਕਰਦੇ ਬੰਦੇ ਨੂੰ ਖੜਾ ਲੈਂਦੇ ਆ ਫਿਰ ਔਖੇ ਸਵਾਲ ਕਰਦੇ ਆ ਅਗਲਾ ਬੰਦਾ ਉਂਝ ਬਾਜ਼ਾਰ ਹੋ ਜਾਂਦਾ। ਬਾਜੇ ਟਾਈਮ ਇਦਾਂ ਹੁੰਦਾ। ਦੇਖੋ ਜੀ ਉਹਨਾਂ ਨੇ ਬਾਂਸ ਛਾਂ 'ਚ ਰੱਖੇ ਹੋਏ ਆ। ਇਹ ਵੀ ਕੋਈ ਅੱਛਾ ਇਹ ਬਾਂਸ ਜਦੋਂ ਵੇਚਿਆ ਜਾਂਦਾ ਨਾ ਆ ਜੀ ਤਿਆਰ ਹੋ ਗਏ। ਹਾਂ ਇਹ ਦੱਸਿਆ ਜਾਂਦਾ ਵਾ ਵੀ ਨਿੱਚੋਂ ਮੋਟਾ ਕਿੰਨਾ ਵਾ। ਹਾਂ ਆ ਵੀ 4 ਇੰਚ ਆ 5 ਇੰਚ ਆ ਇਹ ਚੀਜ਼ ਜਿਹੜੀ ਇਹ ਰਾਣਾ ਸਾਹਿਬ ਇਸ ਟਾਈਮ ਆਪਣੀ ਤਿਆਰੀ 'ਚ ਹਾਂ ਇਹ ਤਿਆਰ ਪਏ ਆ। ਹਾਂ ਇਹ ਤਿਆਰ ਪਏ ਆ ਇਸ ਟਾਈਮ। ਆ ਦੇਖ ਨਾ ਆ ਹਾਂ ਆ ਜਾਓ ਇਹ ਤਿਆਰੀ 'ਚ ਪਿਆ ਇਸ ਟਾਈਮ। ਗੰਡਾ ਗੁੰਡਾ ਬੰਨੀਆਂ ਰੰਗ ਰੋਗਨ ਕਰਕੇ ਸਿੱਧਾ ਕਰਕੇ ਇਹ ਰੱਖਿਆ ਹੋਇਆ। ਹੁਣ ਇਹ ਵਿਕਣ ਵਾਸਤੇ ਤਿਆਰ ਆ। ਜਦੋਂ ਗੱਲ ਵਿਕਣ ਤੇ ਆ ਗਈ ਆ ਤੇ ਫਿਰ ਸਾਨੂੰ ਲੋੜ ਪੈ ਗਈ ਆ ਦੁਕਾਨਦਾਰ ਦੀ ਵੀ ਜਿਹੜੀ ਹੱਟੀ ਆ ਜਿਹਦੀ ਇਹ ਮਿਲ ਆ ਅਸਲਾਮ ਪੂਰੀ। ਵਾਲੇਕੁਮ ਜੀ ਕੀ ਹਾਲ ਉਹ ਠੀਕ ਠਾਕ। ਅਸਲਾਮ ਵਾਲੇਕੁਮ। ਜੋ ਤੁਹਾਡਾ ਕੀ ਨਾਮ? ਸ਼ਹਿਜ਼ਾਦ ਸਾਹਿਬ ਨਾਲ ਤੁਹਾਡੀ ਗੱਲ ਕਰਾਉਂਦੇ ਆ। ਹੁਣ ਸ਼ਹਿਜ਼ਾਦ ਸਾਹਿਬ ਤਕੜੇ ਹੋ ਜਾਓ ਜੀ। ਰਾਣਾ ਸਾਹਿਬ ਤੁਹਾਡੇ ਨਾਲ ਗੱਲ ਕਰਨੀ।
ਅੱਛਾ ਆ ਬਾਂਸ ਦਾ ਜਿਹੜਾ ਹੁੰਦਾ ਵਾ ਮੱਥਾ ਜੀ ਇਹ ਚੌੜਾਈ 'ਚ ਇਹ ਦੇਖਿਆ ਜਾਂਦਾ ਵੀ ਕਿੰਨਾ ਚੌੜਾ ਵਾ ਬਾਂਸ ਦਾ ਕਿ ਲੰਬਾਈ ਜਿਹੜੀ ਹੈ ਨਾ ਪੈਸਿਆਂ 'ਚ ਲੰਬਾਈ ਵੀ ਦੇਖੀ ਜਾਂਦੀ ਹੈ ਜੀ ਅੱਗੋਂ ਜਿਹੜੀ ਮੱਥਾ ਦੇਖਿਆ ਜਾਂਦਾ ਅਗਲੀ ਸਾਈਡ ਤੇ ਇਹਨੂੰ 2 ਇੰਚ ਕਹਿੰਦੇ ਆ ਅੱਛਾ ਉਹਨੂੰ 2 ਇੰਚ ਅਤੇ ਪਿਛਲੇ ਪਾਸੇ ਦਾ ਪਿਛਲੇ ਪਾਸੇ ਦਾ ਪਿਛਲੇ ਪਾਸੇ ਨਹੀਂ ਨੋਟ ਹੁੰਦਾ ਵੀ ਕਿੰਨਾ ਵਾ ਨਹੀਂ ਅਗਲਾ ਯਾਨੀ ਕਿ ਜਿਹੜਾ ਵਾ ਨਾ ਉਹ ਕਮ ਸੇ ਕਮ 2 ਇੰਚ ਹੋਣਾ ਚਾਹੀਦਾ ਹਾਂਜੀ 2 ਇੰਚ ਅੱਛਾ ਇਹ ਬਾਂਸ ਜਿਹੜੇ ਆ ਇਹ ਕਿੰਨੇ ਫੁੱਟ ਦੇ ਆਏ ਆ ਇਹ 38 ਫੁੱਟ ਦਾ ਇਹ 38 ਫੁੱਟ ਦਾ ਇਹ ਪੌੜੀਆਂ ਵਾਲਾ ਬਾਂਸ ਆ ਹਾਂਜੀ ਇਹ ਛੱਤਾਂ ਤੇ ਵੀ ਸੀੜੀਆਂ ਤੇ ਵੀ ਇਹ ਕਿੰਨੇ ਰੁਪਏ ਫੁੱਟ ਆ ਜਿਹੜਾ 36 ਫੁੱਟ ਵਾਲਾ ਬਾਂਸ ਆ ਇਹ ਜੀ 35 ਰੁਪਏ ਫੁੱਟ 35 ਰੁਪਏ ਫੁੱਟ ਅੱਛਾ ਤੇ ਜਿਹੜਾ ਹੈ ਆ 27 ਫੁੱਟ ਲੰਬਾ ਬਾਂਸ ਜਿਹੜਾ ਆਮ ਹੈ ਆ ਉਹਦਾ ਕੀ ਰੇਟ ਆ 25 ਫੁੱਟ ਹੁੰਦਾ ਜੀ 28 ਫੁੱਟ 30 ਫੁੱਟ 32 ਫੁੱਟ ਇਹ ਜੀ 22 23 ਰੁਪਏ ਫੁੱਟ ਹੁੰਦਾ ਇਹ 22 23 ਰੁਪਏ ਫੁੱਟ ਆ ਜੀ ਜੀ ਅੱਛਾ ਤੇ ਇਹ ਜਿਹੜਾ ਵਾ 36 ਰੁਪਏ ਫੁੱਟ ਆ ਜੀ ਸਭ ਤੋਂ ਮਹਿੰਗਾ ਬਾਂਸ ਤੁਹਾਡਾ ਇਹੀ ਆ ਇਹੀ ਹੈ ਜੀ ਅੱਛਾ ਜਿਹੜਾ ਇਹ ਤੁਸੀਂ ਪੌੜੀਆਂ ਵੀ ਬਣਾ ਕੇ ਦਿੰਨੇ ਆ ਕਿ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਨਾ ਬਾਂਸ ਕੋਈ ਬਾਂਸ ਲੈ ਕੇ ਜਾਣਾ ਚਾਹਵੇ ਬਾਂਸ ਲੈ ਜੇ ਕੋਈ ਛੱਤਾਂ ਦੀ ਪੌੜੀਆਂ ਲਈ ਜਿਹੜੀ ਮੰਗੇ ਸੀ ਦੇ ਦੇ ਅੱਛਾ ਤੇ ਜਿਹੜੀ ਤੁਹਾਡੇ ਕੋਲ ਇਹ ਜਿਹੜੀਆਂ ਜਾਮਣਾ ਵਾਲੇ ਆ ਜਿਹੜੇ ਹਾਂਜੀ ਉਹ ਪੌੜੀਆਂ ਵੀ ਬਣਵਾਉਂਦੇ ਹੋਣੇ ਬਣਵਾਉਂਦੇ ਜੀ ਇੱਕ ਸੀਜ਼ਨ 'ਚ ਕਿੰਨੀਆਂ ਕੁ ਪੌੜੀਆਂ ਤੁਸੀਂ ਜਿਹੜੀਆਂ ਨਾ ਬਣਾਉਂਦੇ ਆ ਵਿਕ ਜਾਂਦੀ 6-700 ਸੀੜੀ 6-700 ਸੀੜੀ ਹਰ ਸੀਜ਼ਨ 'ਚ ਜਿਹੜਾ ਵਾ ਨਹੀਂ ਇੱਕ ਇਕੱਲੇ ਘਰ ਕੋਟਾਂ ਦੇ 2500 ਵਿਕ ਜਾਂਦੀ ਅੱਛਾ ਅੱਛਾ ਤੇ 5-4 ਘਰ ਆ ਨਾ ਅੱਛਾ ਯਾਨੀ ਕਿ ਤੁਸੀਂ ਜਿਹੜਾ 6-700 ਪੌੜੀ ਤੁਸੀਂ ਵੇਚਦੇ ਆ ਹਾਂਜੀ ਇੱਥੇ ਯਾਨੀ ਕਿ ਵੈਸੇ ਕੋਈ 2000 ਪੌੜੀ ਇੱਕ ਸੀਜ਼ਨ 'ਚ ਐਸ ਇਲਾਕੇ 'ਚ ਲੱਗ ਜਾਂਦੀ ਆ ਤੇ ਇਹ ਪੌੜੀ ਜਿਹੜੀ ਆ ਕਿਹੜੀ ਜਗ੍ਹਾ ਤੇ ਜਾਂਦੀ ਆ ਜ਼ਿਆਦਾ 385 ਹਾਂ 386 387 ਲਾਗੇ ਪਿੰਡ ਕਾਨੀਆਂ ਬੰਗਲਾ ਤੇ ਉਹ ਇਸ ਤੋਂ ਇਲਾਵਾ ਪਾਕਿਸਤਾਨ 'ਚ ਹੋਰ ਕਿਤੇ ਵੀ ਜਾਮਣ ਲੱਗਦੀ ਹੈ ਤੁਹਾਨੂੰ ਤਾਂ ਪਤਾ ਹੋਣਾ ਕਿਉਂਕਿ ਤੁਹਾਡੇ ਤਾਂ ਬਾਂਸ ਜਾਂਦੇ ਆ ਨਹੀਂ ਸਾਡੇ ਕੋਲ ਸਿਰਫ ਜੜਾਂ ਵਾਲਾ ਹਾਂ ਤੇ ਕਾਨੀਆਂ ਬੰਗਲਾ ਯਾਨੀ ਕਿ ਇਹ ਦੋ ਵੱਡੇ ਜਿਹੜੇ ਜਾਮਣ ਦੇ ਆ ਕਾਨੀਆਂ ਬੰਗਲਾ ਦਾ ਤੇ ਸਾਡਾ ਸ਼ਹਿਰ ਸਮੁੰਦਰੀ ਦਾ ਪੂਰੀ ਦੁਨੀਆ ਦੇ ਵਿੱਚ ਜਾਮਣਾ ਚ ਨਾ ਹਾਂ ਜੀ ਕਿਉਂਕਿ ਜਿੱਥੇ ਵੀ ਜਾਮਣ ਹੈਗੇ ਆ ਨਾ ਪੌੜੀ ਜਿਹੜੀ ਹੈ ਨਾ ਇੱਥੇ ਦੀ ਜਹਾਂਗੀਰ ਵੱਡੇ ਦੀ ਪੌੜੀ ਜਹਾਂਗੀਰ ਛੋਟਾ ਜਹਾਂਗੀਰ ਜੀ ਆ ਛੋਟਾ ਜੀ ਵੱਡਾ ਜਿਹੜਾ ਵਾ ਬਾਕੀ ਇੱਥੇ ਜਿਹੜੀ ਸਾਰਿਆਂ ਤੋਂ ਜ਼ਿਆਦਾ ਮਸ਼ਹੂਰ ਜਿਹੜੀ ਆ ਚੀਜ਼ ਤਾਂ ਨਹੀਂ ਹਸਤੀ ਆ ਉਹ ਸੂਫੀ ਬਰਕਤ ਅਲੀ ਸਾਹਿਬ ਦਾ ਦਾਲੋਵਾਲ ਵਾਲੇ ਜਿਹੜੇ ਆ ਨਾ ਉਹਨਾਂ ਦਾ ਅਰੇ ਬਿਲਕੁਲ ਉਹਨਾਂ ਦੀ ਬਰਕਤ ਆ ਕਿ ਇੱਥੇ ਬਾਕੀ ਮਾਰਕੀਟ ਬਾਂਸ ਦੀ ਮਸ਼ਹੂਰ ਹਾਂ ਬਾਂਸ ਜਹਾਂਗੀਰ ਦੀ ਜਿਹੜੀ ਮਾਰਕੀਟ ਹੈ ਕਰਾਚੀ ਤੱਕ ਮਸ਼ਹੂਰ ਆ ਹਾਂ ਹਾਂਜੀ ਅੱਛਾ ਇਹ ਗੱਲ ਦੀ ਨਹੀਂ ਸਮਝ ਆਈ ਕਿ ਨਾ ਤਾਂ ਇੱਥੇ ਬਾਂਸ ਇੰਨਾ ਹੁੰਦਾ ਸੀ ਹੈ ਵੀ ਇਹ ਮਾਰਕੀਟ ਕਿਸ ਤਰ੍ਹਾਂ ਬਾਂਸ ਦੀ ਬਣੀ ਇਹ ਬੜੀ ਦੇਰ ਦੀ ਬਣੀ ਹੈ ਜੀ ਸਾਡੇ ਜੰਮਣ ਤੋਂ ਵੀ ਪਹਿਲਾਂ ਦੀ ਬਣੀ ਅੱਛਾ ਪਹਿਲੇ ਕੁਝ ਬੰਦੇ ਨੇ ਕੰਮ ਸ਼ੁਰੂ ਕੀਤਾ ਫਿਰ ਅੱਜ ਗੱਲਾਂ ਕਰਦੇ ਆਪਾਂ ਉਹਨੂੰ ਜਾਣਦੇ ਆ ਗਮਲੇ ਅੱਛਾ ਤੁਸੀਂ ਕਰੀ ਜਾਓ ਜੀ ਹਾਂ ਇਹ ਸਰਗੋਦਾ ਏਰੀਆ ਹੋ ਗਿਆ ਤਾਂਦਲੇ ਚ ਹੋ ਗਿਆ ਪੱਤੋ ਕੀ ਹੋ ਗਿਆ ਇਹ ਬਾਂਸ ਦਾ ਗੜ ਵਾ ਜੀ ਅੱਛਾ ਬਾਂਸ ਬਥੇਰਾ ਹੁਣ ਤਾਂਦਲੇ ਵੀ ਬਾਂਸ ਵਾਵਾ ਲੱਗਾ ਤਾਂਦਲੇ ਜੀ ਬਹੁਤ ਬਾਂਸ ਛਾਵਾਂ ਦਾ ਬਾਂਸ ਆ ਅੱਛਾ ਬਹੁਤ ਬਾਂਸ ਆ ਹਾਂਜੀ ਤੇ ਤੁਸੀਂ ਜ਼ਿਆਦਾਤਰ ਅੱਛਾ ਤੁਸੀਂ ਕਿੱਲਿਆਂ ਦੇ ਹਿਸਾਬ ਨਾਲ ਖਰੀਦਦੇ ਹਾਂਜੀ ਏਕੜਾਂ ਦੇ ਹਿਸਾਬ ਨਾਲ ਅੱਜ ਕੱਲ ਕੀ ਤਕਰੀਬਨ ਜਿਹੜਾ ਨਾ ਰਫ ਜਾਂ ਮੋਟਾ ਜਿਹਾ ਹਿਸਾਬ ਲਾਈਏ 6-7 ਲੱਖ ਰੁਪਏ ਕਿੱਲੇ 6-7 ਲੱਖ ਰੁਪਈਆ ਕਿੱਲੇ ਦਾ ਇਹ ਕਿੰਨੇ ਸਾਲ ਬਾਅਦ ਬਾਂਸ ਜਿਹੜਾ ਵਾ ਨਾ 3 ਸਾਲ ਬਾਅਦ 3 ਸਾਲ ਬਾਅਦ ਯਾਨੀ ਕਿ 7 ਲੱਖ ਰੁਪਏ ਦਾ ਬਾਂਸ ਦਾ ਯਾਨੀ ਕਿ ਤੁਸੀਂ ਖੜੀ ਫਸਲ ਦਾ ਜੀ ਤੇ ਜਿਹੜਾ ਡਾਂਗਾ ਵਾਲਾ ਵਾ ਸੋਟੀਆਂ ਵਾਲਾ ਉਹਦਾ ਰੇਟ ਕੀ ਆ ਉਹ ਵੀ ਇਹੀ 6-7 ਲੱਖ ਰੁਪਏ ਨੂੰ 6-7 ਲੱਖ ਰੁਪਏ ਨੂੰ ਆ ਸਬਜ਼ੀਆਂ ਦਾ ਟਨਰ ਵਾਲਾ ਹਾਂ ਟਨਰ ਵਾਲਾ ਹਾਂਜੀ ਉਹਦੇ ਵਿੱਚੋਂ ਸੋਟੀਆਂ ਨਿਕਲਦੀਆਂ ਡਾਂਗਾ ਨਿਕਲਦੀਆਂ ਇਹ ਦੋ ਬਾਂਸਾਂ ਤੋਂ ਇਲਾਵਾ ਹੋਰ ਵੀ ਕੋਈ ਬਾਂਸਾਂ ਦੀ ਕਿਸਮ ਨਹੀਂ ਜਿੱਥੇ ਸਾਡੇ ਪਾਕਿਸਤਾਨ ਦੋ ਨਸਲਾਂ ਆ ਜਿਹੜਾ ਸਾਹਮਣੇ ਖੜਾ ਵਾ ਇਹ ਉਹ ਬੰਗਾਲੀ ਹੈ ਜੀ ਇਹ ਤੀਸਰੀ ਕਿਸਮ ਆ ਨਹੀਂ ਬੰਗਾਲੀ ਉਹੀ ਜਿਹੜਾ ਡਾਂਗਾ ਵਾਲਾ ਜਿਹਨੂੰ ਕਹਿੰਦੇ ਆ ਦੇਸੀ ਅੱਛਾ ਠੀਕ ਦੇਸੀ ਉਹ ਡਾਂਗ ਪਈ ਵੀ ਆ ਇਹ ਤਾਂ ਪੋਲਾ ਨਹੀਂ ਹੈ ਅੰਦਰੋਂ ਪੋਲਾ ਹੀ ਹੁਣ ਅੱਜ ਕੱਲ ਪੋਲਾ ਹੀ ਵੈਸੇ ਤਾਂ ਡਾਂਗ ਤਾਂ ਨਿੱਗਰ ਹੁੰਦੀ ਆ ਨਾ ਡਾਂਗ ਵਾਲਾ ਥੋੜੇ ਨਿੱਗਰ ਹੁੰਦੀ ਆ ਜ਼ਿਆਦਾ ਨਹੀਂ ਅੱਛਾ ਆਰ ਤੇ ਨਿੱਗਰ ਚ ਲੱਗਦੀ ਸੀ ਜਿਹੜੀ ਢੱਗਿਆਂ ਲਈ ਬਣਾਉਂਦੇ ਸੀ ਉਹ ਹੁਣ ਟਾਈਮ ਜੋ ਦੇਸੀ ਬਾਂਸ ਹੁੰਦੇ ਸੀ ਪਹਿਲੇ ਵਕਤਾਂ ਦੇ ਹੁਣ ਤਾਂ ਦੇਸੀ ਬੰਦੇ ਨਹੀਂ ਰਹੇ ਸਹੀ ਗੱਲ ਆ ਅੱਛਾ ਪ੍ਰੈਣ ਲੈਣ ਗਿਆ ਮੈਨੂੰ ਪੱਕੀ ਪ੍ਰੈਣ ਨਹੀਂ ਲੱਭੀ ਸਹੀ ਜਿਹੜੀ ਦੇਖਾਂ ਪੋਲੀ ਲੱਭਦੀ ਹੈ ਅੱਛਾ ਆ ਹੈਗੇ ਆ ਤੁਹਾਡੇ ਜੰਗਲੇ ਜੀ ਹਾਂ ਲੈ ਇੱਥੇ ਹੋ ਜਾਣਾ ਗਮਲੇ ਦੇ ਵਿੱਚ ਉੱਤੇ ਦੇ ਮੈਂ 5 ਫੁੱਟ ਆ 5 ਫੁੱਟ ਦੇ ਉਹਦਾ ਹੀ ਗਮਲਾ ਵਾ ਮਿਲਣਾ ਹੋਵੇ ਗਮਲਾ ਜਿਹੜਾ ਵਾ ਨਾ ਹਾਂ ਤੇ 5 ਫੁੱਟ ਤੋਂ ਛੋਟੇ ਨਹੀਂ 5 ਫੁੱਟ ਆ ਤੁਸੀਂ 5 ਫੁੱਟ ਤੋਂ ਛੋਟੇ ਮੈਂ ਕਹਿ ਰਿਹਾ ਕਿ 5 ਲੈ ਇਹ 5.5 ਹੈ ਨਹੀਂ ਆ ਦੇਖ ਲੈ ਕਿੱਥੇ ਆ ਇਹ ਹਾਂ ਐਵੇਂ 5 ਫੁੱਟ 1 ਇੰਚ ਜਿਹੜਾ ਵਾ ਨਾ ਸੀਐਸਐਸ ਦਾ ਜਿਹੜਾ ਵਾ ਨਾ ਹੈ ਆ ਕ੍ਰਾਈਟੇਰੀਆ ਹਾਂ ਫੌਜ ਦਾ ਜਿਹੜਾ ਇੰਨਾ ਕਿ ਹਾਂ ਹਾਂ ਕਹਿੰਦਾ ਵੀ 1 ਇੰਚ ਉੱਤੇ ਹੈ ਤੁਹਾਡਾ 5 ਹਾਂ ਤੇ ਇੰਨਾ ਹੈ
ਅੱਛਾ ਲੱਗ ਜਾਓ ਫਿਰ ਅਫਸਰ ਵੱਡੇ ਫੌਜੀ ਹੁਣ ਮੈਂ ਕਹਦਾ ਅਫਸਰ ਲੱਗਣਾ ਵਾ। ਹੁਣ ਤੁਹਾਡੇ ਤੁਸੀਂ ਅੱਜ ਤੇ ਵੀ ਅਫਸਰ ਮੈਂ ਤਾਂ ਆਰਮੀ ਵਾਲੇ ਵੀ ਦੇਖੇ ਇੰਨੇ ਇੰਨੇ ਯਾਨੀ ਕਿ ਜਿਹੜੇ ਆ ਨਾ 5 ਫੁੱਟ ਖੇਡ ਵਾਲੇ ਹੁੰਦੇ ਨੇ ਖੇਡ ਵਾਲੇ ਨਹੀਂ ਸੁਭਾ ਵੀ ਹੁੰਦਾ ਭਾਈ ਮੇਰੇ ਸਾਡੇ ਦੋਸਤ ਆ ਮੇਜਰ ਸਾਹਿਬ ਰਿਟਾਇਰ ਹੋਏ ਉਹ ਮੇਰੇ ਤੋਂ ਮੁਸ਼ਕਿਲ ਨਾਲ ਹੀ 2 ਇੰਚ ਹੋਣਗੇ ਵੱਡੇ ਜਿਹੜਾ ਵਾ ਇਹਨੂੰ ਫੜ ਕੇ ਲੈ ਜਾਣਾ ਜਦੋਂ ਅੱਜ ਗੱਲ ਕੀਤੀ ਉਹ ਗੱਲ ਕਰੋ ਬਾਂਸਾਂ ਦੀ ਤੇ ਬਾਂਸਾਂ ਦੀ। ਅੱਛਾ ਆ ਜਿਹੜਾ ਵਾ ਇਹ ਕਿੰਨੇ ਦਾ ਜੰਗਲਾ ਜਿਹੜਾ ਵਾ ਨਾ 600 ਰੁਪਏ ਦਾ 600 ਰੁਪਏ ਦਾ। ਜੀ। ਅੱਛਾ ਆ ਜਿਹੜੀ ਸੋਟੀ ਆ ਜੀ ਇਹ ਵੈਸੇ ਅਗਰ ਤੁਹਾਡੇ ਕੋਲੋਂ ਲਈ ਜਾਏ ਤੇ ਇਹ ਕਿੰਨੇ ਰੁਪਏ ਫੁੱਟ ਆ? ਇਹ ਤੁਹਾਨੂੰ 40 ਰੁਪਏ ਦੀ ਛੋਟੀ ਮਿਲਣੀ ਹੈ 40 ਰੁਪਏ ਦੀ 5 ਫੁੱਟ ਦੀ ਸੋਟੀ 5.5 ਫੁੱਟ ਦੀ 5.5 ਫੁੱਟ ਦੀ 40 ਰੁਪਏ ਦੀ ਸੋਟੀ। ਜੀ। ਅੱਛਾ ਤੇ ਅੱਛਾ ਅਸੀਂ ਇੱਕ ਹੋਰ ਵੀ ਸ਼ਾਇਦ ਚਾਹ ਰਹੇ ਸੀ ਵੀ ਇਹ ਥੋੜਾ ਜਿਹਾ ਹੀ ਕਰਕੇ ਹੋ ਜਾਂਦਾ ਥੋੜੇ ਜਿਹੇ ਟੇਢੇ ਲੱਗ ਜਾਂਦੇ ਉਹ ਇਹ ਇਸ ਤਰ੍ਹਾਂ ਕਹਿ ਰਿਹਾ ਤੁਸੀਂ ਕਿ ਜਿਹੜਾ ਨਕਸ਼ਾ ਹੈ। ਸੂਰਤ ਹੋ ਜਾਣੇ ਡਿਜ਼ਾਈਨਦਾਰ ਹਾਂ ਨਹੀਂ ਤੁਸੀਂ ਇਹਨੂੰ ਕਰਾਸ ਹੀ ਲਵਾ ਲਓ ਇਦਾਂ ਕਰਾਸ ਲਾ ਇਸ ਤਰ੍ਹਾਂ ਤੇ ਲਾਜ਼ਮੀ ਲੱਗਣੇ ਨਹੀਂ ਤੇ ਐਡਾ ਫਾਈਟ ਤੇ ਖੜਨਾ ਹੀ ਨਹੀਂ ਕਰਾਸ ਲਾ ਜਾਣੇ ਜਿਹਦੇ ਇਦਾਂ ਡਿਜ਼ਾਈਨ ਵਾਲੇ ਉਹ ਫਿਰ ਮਹਿੰਗੇ ਬਣਦੇ ਹਾਂ ਉਹ ਜ਼ਿਆਦਾ ਫਿਰ ਜਿਹੜਾ ਨਾ ਨਾ ਉਹਦੇ ਵਿੱਚ ਤਾਂ ਵੈਸੇ ਇੰਜ ਤੇ ਇੰਜ ਕਰ ਸਭ ਇਦਾਂ ਤੁਸੀਂ ਕਰਾਸ ਲਵਾ ਲਓ ਕੈਂਚੀ ਲਾ ਅਸੀਂ ਦੇਣੀ ਆਪਣੀ ਤਹਿਕੀਕ ਤੇ ਪਹੁੰਚਿਆ ਤੇ ਇਹ ਸਭ ਤੋਂ ਜਿਹੜਾ ਮناسب ਤਿਆਰ ਹੋਦੀ ਚੀਜ਼ ਇਹ ਆ ਪੌਦੇ ਇਹ ਹੈ। ਬਾਕੀ ਸਾਰੀਆਂ ਕਾਸਟਲੀ ਸੀ ਉਹ ਹਾਂ ਕਿਉਂਕਿ ਜਿਹੜਾ ਜਿਹੜੀ ਤੂੰ ਤਹਿਕੀਕ ਹਾਂ ਕੀਤੀ ਆ ਲੋਹੇ ਵਾਲਾ ਕਿੰਨੇ ਦਾ ਜਿਹੜਾ ਲੋਹੇ ਵਾਲਾ ਜਾ ਕੇ ਪੈ ਜਾਂਦਾ ਜੀ ਕਮ ਅਜ਼ ਕਮ ਵੀ 10000 ਚ ਤੇ ਇੱਟਾਂ ਵਾਲਾ ਵੀ ਤਕਰੀਬਨ ਇੰਨੇ 5000 5000 ਚ ਨਹੀਂ ਮਿਸਤਰੀ ਦੀ ਦਿਹਾੜੀ ਪਾ ਕੇ ਹਾਂਜੀ 5000 ਪੈ ਜਾਂਦਾ 5000 ਚ ਪੈ ਜਾਂਦਾ ਗਮਲਾ ਇੱਕ ਹਾਂ ਤੇ ਤੇ ਹੁਣ ਪੌਦਾ ਦਾ ਆਂਦਾ ਵਾ 200 400 ਰੁਪਏ ਦਾ। ਪਪੂਲਰ ਦੀ ਲੱਕੜ ਦਾ ਪੈਂਦਾ ਜੀ 2000 3000 ਅੱਛਾ 2000 3000 ਚ ਲੱਕੜਾਂ ਪਾ ਕੇ ਹੂੰ ਤੇ ਅਖੀਰ ਸਾਨੂੰ 600 ਰੁਪਏ ਚ ਇਹ ਪੈ ਰਿਹਾ ਤੇ ਇਹ ਜਿਹੜਾ ਹਿੱਲਣ ਦੀ ਤੁਸੀਂ ਦੇਖ ਰਹੇ ਆ ਨਾ ਇਹਦਾ ਇਲਾਜ ਹੈ ਇੱਥਾਂ ਕਰਾਸ ਲੱਗ ਜੂਗਾ ਨਾ ਅਸੀਂ ਨੁੱਕਰ ਭਾਰ ਇੰਜ ਬਾਂਸ ਇੱਕ ਦੀ ਫੱਟੀ ਲਾ ਦਾਂਗੇ ਫਿਰ ਇਹ ਹਿੱਲੂਗਾ ਨਹੀਂ। ਅਸੀਂ 1-2 ਫੱਟੀ ਪੱਟ ਕੇ ਨਾ ਇੰਨਾ ਇਹਨੂੰ ਮਿੱਟੀ 'ਚ ਦੱਬ ਦੇਣਾ ਹੇਠਾਂ ਬੋਤਲਾਂ ਜਾਂ ਛਾਪਰ ਇੰਨਾ ਮਿੱਟੀ 'ਚ ਦੱਬ ਦੇਣਾ ਬੋਤਲਾਂ ਚੜਾ ਕੇ ਬੋਤਲ ਚੜਾ ਕੇ ਬਾਂਸ ਖਾਂਦਾ ਨਹੀਂ ਨਾ ਮਿੱਟੀ ਨਹੀਂ ਖਾਂਦੀ। ਨਹੀਂ ਇੱਕ ਹੋਰ ਆ ਬੋਤਲ ਵੀ ਲਾ ਦਿਓ ਵੈਸੇ ਕਲੋਰੀਪੈਰੀਫਾਸ ਵੀ ਲੱਗ ਜੇ ਤਾਂ ਹਾਂ ਲੁੱਕ ਵੀ ਲੱਗ ਜਾਂਦਾ। ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਜਨਾਬ ਜੀ ਠੀਕ ਠਾਕ ਅੱਛਾ ਤੁਸੀਂ ਸਾਨੂੰ ਵੀ ਥੋੜੀ ਜਿਹੀ ਗੱਲ ਕਰਦੇ ਨਾ ਤੁਸੀਂ ਟੋਪੀ ਲਈ ਆ ਜੀ ਜੀ ਨਹੀਂ ਟੋਪੀ ਦੇ ਅੱਛਾ ਅੱਛਾ ਠੀਕ ਆ ਅੱਛਾ ਸਾਰਿਆਂ ਤੋਂ ਤੁਸੀਂ ਲੁਧਿਆਣੇ ਤੋਂ ਆਏ ਆ? ਸਾਬਰ ਅਲੀ ਜੀ ਅੱਛਾ ਅੱਛਾ ਸਾਵਰ ਅੱਛਾ ਵਾਹ ਅੱਛਾ ਤੁਸੀਂ ਇੱਥੋਂ ਬਾਂਸ ਲੈਣ ਆਏ ਆ ਹੁਣ? ਨਹੀਂ ਜੀ ਮੈਂ ਜੁਮਾ ਪੜਨ ਆਇਆ ਜੀ ਅੱਛਾ ਅੱਛਾ ਸਰਕਾਰਾਂ ਕੋਲ ਜੁਮਾ ਪੜਨ ਆਏ ਆ, ਬੜੀ ਬਰਕਤ ਵਾਲੀ ਗੱਲ ਆ। ਇਹ ਜਿਹੜੀ ਸਿਰ ਤੇ ਟੋਪੀ ਲਈ ਹੈ ਨਾ ਇਹ ਸੂਫੀ ਸਾਹਿਬ ਜਿਹੜੇ ਬਰਕਤ ਰਹਿਮਤੁल्लाह ਅਲੈਹ ਉਹਨਾਂ ਦੀ ਜਿਹੜੀ ਹੈ ਨਾ ਜੀ ਸਿਲਸਿਲਾ ਅਵੈਸੀਆ ਜੀ ਜੀ ਤੇ ਇਹ ਖਾਕੀ ਟੋਪੀ ਜਿਹੜੀ ਹੈ ਨਾ ਇੱਥੋਂ ਪਤਾ ਲੱਗ ਜਾਂਦਾ ਵੀ ਉੱਥੇ ਦੀ ਨਿਸਬਤ ਉੱਥੇ ਦੀ। ਆ ਜੀ ਹਾਂ ਕੁਰਤਾ ਵੀ ਖਾਕੀ ਬਾਜੀ ਵੀ ਖਾਇਆ ਖੱਦਰ ਦਾ ਹਾਂ ਸਾਰੀ ਜ਼ਿੰਦਗੀ ਉਹਨਾਂ ਨੇ ਖੱਦਰ ਪਾਇਆ ਬਿਲਕੁਲ ਉਹ ਪੁੱਛੋ ਗਦਾਮ ਦਾ ਅੱਛਾ ਤੁਹਾਡਾ ਬਾਂਸਾਂ ਦੇ ਆ? ਹਾਂ ਜੀ ਬਾਸਾਂ ਦਾ ਹੀ ਅੱਛਾ ਕਾਰੋਬਾਰ ਹੈ ਤੇ ਕਿਹੜੇ ਕਿਹੜੇ ਬਾਂਸ ਤੁਸੀਂ ਉੱਥੇ ਜਿਹੜਾ ਵਾ ਨਾ ਭੇਜਦੇ ਆ? ਸਾਡੇ ਕੋਲ ਜੀ ਚਬਾੜੀ ਬਾਂਸ ਹੁੰਦਾ ਜੀ ਹੂੰ ਨਸਲ ਜਿਹੜੀ ਹੈ ਅੱਛਾ ਆ ਉਹਨਾਂ ਮੋਟਾ ਦੀਆਂ 7-8 ਨਸਲਾਂ ਜੀ ਬਾਂਸ ਦੀਆਂ ਅੱਛਾ ਜ਼ਿਆਦਾਤਰ ਪਾਕਿਸਤਾਨ ਦੇ ਵਿੱਚ 2 ਤੋਂ 3 ਨਸਲਾਂ ਹੀ ਕਾਲਾ ਚਬਾੜੀ ਤੇ ਆ ਡਾਂਗਾਂ ਵਾਲਾ ਜਿਹਨੂੰ ਕਹਿ ਦਿੰਦੇ ਚਬਾੜੀ ਉਹ ਕਾਲਾ ਨਹੀਂ ਕਹਿੰਦੇ ਚਬਾੜੀ ਦੀ ਇੱਕੋ ਹੀ ਨਸਲ ਆ ਅੱਛਾ ਬਾਕੀ ਇਹ ਛੋਟੀ ਪੋਰੀ ਹੁੰਦਾ ਇਹਨੂੰ ਬੰਗਾਲੀ ਵੀ ਕਹਿੰਦੇ ਆ ਛੋਟੀ ਪੋਰੀ ਵੀ ਕਹਿੰਦੇ ਆ ਅੱਛਾ ਤੇ ਬੰਗਾਲੀ ਜਾਂ ਡਾਂਗਾਂ ਵਾਲਾ ਵੀ ਕਹਿ ਦਿੰਦੇ ਹੈ ਡਾਂਗਾਂ ਵਾਲਾ ਵੀ ਕਹਿ ਦਿੰਦੇ ਆ ਇਹ ਬੰਗਾਲੀ ਬਾਂਸ ਆ। ਬਾਕੀ ਜਿਹੜਾ ਮਿੱਟੀਆ ਬਾਂਸ ਹੁੰਦਾ ਨਾ ਹੂੰ ਉਹ ਗੁੱਡੀ ਵਾਲਾ ਹੁੰਦਾ ਜੀ ਹਾਂ ਹਾਂ ਉਹ ਜਿਹੜਾ ਨਾ ਉਹ ਪਾਕਿਸਤਾਨ 'ਚ ਨਹੀਂ ਹੁੰਦਾ ਬੰਗਲਾਦੇਸ਼ ਤੋਂ ਹੁਣ ਵੀ ਆ ਰਿਹਾ ਅੱਛਾ ਜਿਹੜੀਆਂ ਗੁੱਡੀਆਂ ਬਣਾਉਂਦੇ ਸੀ ਜਿਹਦੇ ਨਾਲ ਹਾਂਜੀ ਚਲੋ ਗੱਲ ਕਰਦੇ ਉਹ ਬੰਗਲਾਦੇਸ਼ ਤੋਂ ਹੀ ਹੁਣ ਵੀ ਆ ਰਿਹਾ ਜੀ ਉਹ ਪਾਕਿਸਤਾਨ ਦੀ ਕਾਸ਼ਤ ਹੈ ਨਹੀਂ ਉਹ ਤਾਂ ਫਰਨੀਚਰ ਵੀ ਜਿਹੜਾ ਅੱਛਾ ਪਹਿਲੋਂ ਇੱਕ ਹੁੰਦਾ ਸੀ ਕੁਝ ਕੁਰਸੀਆਂ ਕਰਸੀਆਂ ਵੀ ਬੁਣਦੇ ਹਾਂਜੀ ਉਹਦੀਆਂ ਹੁਣ ਵੀ ਆ ਰਿਹਾ ਜੀ ਉਹ ਬਾਹਰੋਂ ਹੀ ਆ ਰਿਹਾ ਬਾਹਰੋਂ ਹੀ ਆ ਰਿਹਾ ਬੰਗਾਲ ਚੋਂ ਹੀ ਆ ਬੰਗਾਲ ਚੋਂ ਜੀ ਬੰਗਲਾਦੇਸ਼ ਤੋਂ ਬੰਗਾਲ ਚੋਂ ਢਾਕੇ ਚੋਂ ਆ ਰਿਹਾ ਹਾਂ ਚਾਹ ਦਾ ਸਿਸਟਮ ਇੱਥੇ ਹਲੋ ਜੀ ਹਾਂਜੀ ਆ ਦੇਖੋ ਆਪਣਾ ਨਾਲੇ ਇੱਥੇ ਪੂਰੀ ਮਿੱਲ ਜੀ ਬਣਾਈ ਆ ਬਾਂਸ ਦੀ ਕਾਫੀ ਖਾਸਾ ਕਿੱਲੇ ਡੇਢ ਦੇ ਵਿੱਚ ਹੋਣੀ ਕਿੱਲਾ ਡੇਢ ਹੋਣਾ ਕਿੱਲੇ ਡੇਢ ਦੀ ਥਾਂ ਕਿੰਨੀ ਥਾਂ ਹੈ 2 ਕਿੱਲੇ 2 ਕਿੱਲੇ ਦੇ ਵਿੱਚ ਆ ਤੇ ਆਪਣਾ ਨਾਲ ਹੀ ਇੱਥੇ ਪੂਰਾ ਚਾਹ ਦਾ ਬਣਾਇਆ ਹੈ ਆ ਦੇਖ ਲੈ ਇਹ ਕੰਮ ਚੰਗਾ ਆਪਣੀ ਹਰ ਸ਼ੈ ਇੱਥੇ ਹਾਂ ਹੋਰ ਸਾਵੇ ਰੰਗ ਦੀ ਚਾਹ ਚਿੱਟੇ ਰੰਗ ਦੀ ਪੀਵਾਂ ਆ ਜਾਓ ਬਿਸਕੁਟ ਵੀ ਹੈ ਆ ਇਹਨਾਂ ਨੇ ਰੁੱਖ ਲਾਏ ਹੋਏ ਆ ਨਾ ਜਿਹੜੇ ਬਕੈਨ ਆ ਤੇ ਇਹਨੇ ਦੇਖ ਲੈ ਟੈਂਪਰੇਚਰ ਨੂੰ ਰੱਖਿਆ ਹੋਇਆ ਸਹੀ ਹਾਲਾਂਕਿ ਭੱਟੀਆਂ ਚੱਲ ਰਹੀਆਂ ਹਾਂ ਇੱਕ ਨਹੀਂ ਰੁੱਖਾਂ ਨੂੰ ਕੋਈ ਸ਼ੈ ਰਲਦੀ ਆ ਬਾਬੇ ਰੁੱਖਾਂ ਨੂੰ ਕੋਈ ਸ਼ੈ ਨਹੀਂ ਰਲਦੀ ਰੁੱਖ ਲਾਓ ਔਰ ਨਾਲੇ ਬਾਰਿਸ਼ ਤੋਂ ਬਾਅਦ ਨਾ ਹਾਂਜੀ ਬਾਰਿਸ਼ ਦਾ ਮਜ਼ਾ ਹੀ ਦਰਖਤਾਂ ਥੱਲੇ ਆ ਹਾਂਜੀ ਤੁਸੀਂ ਇੱਥੇ ਆਓ ਉਹ ਕਹਿੰਦੇ ਨਹੀਂ ਹੈ ਵੀ
ਜੇਠ ਹਾੜ ਗੁੱਠੀ ਤੇ ਸੌਣ ਭਾਦੋਂ ਰੁੱਖੀ। ਇਸੇ ਲਾਗੇ ਤੇ ਸੌਣ ਭਾਦੋਂ ਦਾ ਮੌਸਮ ਜਿਹੜਾ ਵਾ ਨਾ ਰੁੱਖਾਂ ਥੱਲੇ ਚੰਗਾ ਜਿਹੜਾ ਰੁੱਖਾਂ ਥੱਲੇ ਤੇ ਜੇਠ ਹਾੜ ਦੇ ਵਿੱਚ ਜਿਹੜੀਆਂ ਗੁੱਠਾਂ ਦੇ ਵਿੱਚ ਕੋਠਿਆਂ ਦੇ ਵਿੱਚ ਬਹਿਣਾ ਉਹ ਬਚਾਉਂਦਾ। ਅੱਛਾ ਗੱਲ ਹੋ ਰਹੀ ਸੀ ਇਹਨਾਂ ਨੂੰ ਜ਼ਰਾ ਨਾ ਮਾਈਕ ਦਿਓ। ਅੱਛਾ ਠੀਕ ਹੈ। ਅੱਛਾ ਜਿਹੜਾ ਫਰਨੀਚਰ 'ਚ ਵੀ ਬਾਂਸ ਇਸਤੇਮਾਲ ਹੁੰਦਾ, ਕੁਰਸੀਆਂ ਮੇਜ਼ ਵਗੈਰਾ ਜਿਹੜੇ ਹੈ ਨਾ ਬਾਂਸ ਦੇ, ਉਹ ਬਾਂਸ ਕਿੱਥੋਂ ਆਂਦਾ ਵਾ? ਉਹ ਬੰਗਲਾਦੇਸ਼ ਤੋਂ ਆਉਂਦਾ ਜੀ, ਬੰਗਲਾਦੇਸ਼ ਤੋਂ ਹੁਣ ਵੀ ਆ ਰਿਹਾ ਉਹ। ਅੱਛਾ। ਉਹਨੂੰ ਗੁੱਡੀ ਵਾਲਾ ਬਾਂਸ ਵੀ ਕਹਿੰਦੇ ਆ, ਉਹਨੂੰ ਮਿੱਟੀਆ ਬਾਂਸ ਵੀ ਕਹਿੰਦੇ ਆ। ਉਹਦੀ ਮੱਟੀ ਹੁੰਦੀ ਹੈ ਤਕਰੀਬਨ 2 ਤੋਂ 2.5 ਫੁੱਟ ਲੰਮੀ, ਗੰਢ ਤੋਂ ਗੰਢ ਦਾ ਨਾ ਫਾਸਲਾ ਇੰਨਾ ਹੁੰਦਾ। ਉਹਦੀ ਸਜਾਵਟ ਬਹੁਤ ਸੋਹਣੀ ਬਣਦੀ ਹੈ ਜੀ। ਅੱਛਾ ਇੱਕ ਚੀਜ਼ ਦੇਖੀ, ਚੀਨ 'ਚ ਮੈਂ ਦੇਖਿਆ ਕਿ ਉੱਥੇ ਬਹੁਤ ਚੀਜ਼ਾਂ ਬਣਦੀਆਂ ਬਾਂਸ ਨਾਲ। ਸਾਡੇ ਯਾਨੀ ਕਿ ਜਿਹੜਾ ਵਾ ਨਾ ਬਾਂਸ ਦੀ ਪੌੜੀਆਂ ਵਾ ਤੇ ਕਬੂਤਰਾਂ ਦੀਆਂ ਛਤਰੀਆਂ ਵਾ ਤੇ ਛੱਤਾਂ ਦਾ ਹੈ ਆ ਇਸਤੇਮਾਲ। ਹਾਂ ਡਿਜ਼ਾਈਨ ਆ ਕੁਛ ਯਾਨੀ ਕਿ ਜਿਹੜਾ ਵਾ ਫੈਂਸੀ ਦੀਵਾਰ ਵਾਲੇ ਹਿਸਾਬ ਜਿਹੜਾ ਨਾ, ਲੇਕਿਨ ਉੱਥੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਨਾ ਬਣਦੀਆਂ ਵਾ, ਬਲਕਿ ਬਾਂਸ ਦਾ ਉਹ ਗੁੱਦੇ ਜੇ ਦਾ ਮੁਰੱਬਾ ਤੱਕ ਵੀ ਹੁਣ ਇੱਥੇ ਹੀ ਬਣਦਾ ਵਾ। ਕੱਲ ਵੀ ਇੱਕ ਪਾਰਟੀ ਆਈ ਸੀ ਮੇਰੇ ਕੋਲ, ਬੜੀ ਸੋਹਣੀ ਕੋਠੀਆਂ ਬਣ ਗਈਆਂ। ਹਾਂ ਬੜੀਆਂ ਕੋਠੀਆਂ ਬਣਦੀਆਂ ਡਿਜ਼ਾਈਨਦਾਰ ਇਹਦੀਆਂ। ਤੇ ਕੇਸ ਇਲਾਕੇ 'ਚ ਜਿਹੜਾ ਵਾ ਨਾ ਇਹ ਬਣਦੀਆਂ ਵਾ ਇਹ ਜਿਹੜਾ ਬਾਂਸ ਦਾ ਜਿਹੜਾ ਮੁਰੱਬਾ ਵਾ ਗੁੱਦੇ ਉਹ ਆਪਣੇ ਪਾਕਿਸਤਾਨ 'ਚ ਬਣਦਾ ਵਾ ਜੀ? ਬਣਦਾ ਜੀ, ਫੈਸਲਾਬਾਦ ਬਣਦਾ। ਫੈਸਲਾਬਾਦ ਬਣਦਾ ਵਾ। ਅੱਛਾ। ਬਾਂਸ ਦਾ ਜੀ ਜਿਹੜਾ ਪੋਲਾ ਬਾਂਸ ਹੁੰਦਾ ਕੈਮਰੇ ਵਾਲਾ ਚਲਿਆ ਗਿਆ ਤੇ ਜਿਹੜੇ ਪੱਤੇ ਜੇ ਆ ਉਹ ਬਾਲਣ ਲਈ। ਹਾਂ ਸਾਡਾ ਮੁੰਡਾ ਚਲਾ ਗਿਆ। ਜਿਹੜਾ ਬਾਂਸ ਦਾ ਨਾ ਜੀ ਹੇਠੋਂ ਮੋਢੇ ਕੋਲੋਂ ਨਿਕਲਦਾ ਨਾ ਸੂਆ, ਉਹ ਹੁੰਦਾ ਨਰਮ ਉਹਦਾ ਮੁਰੱਬਾ ਬਣਦਾ, ਅਚਾਰ ਪੈਂਦਾ, ਉਹ ਵੀ ਬੰਦੇ ਖਾਂਦੇ ਆ। ਤੇ ਹੁਣ ਅਸੀਂ ਚਾਹ ਪੀ ਲਈਏ ਜੀ ਹੁਣ? ਹਾਂਜੀ ਹਾਂਜੀ ਇੱਥੇ ਅਸੀਂ ਦੁਆ ਸਲਾਮ ਕਰ ਅੱਜ ਸਾਡੇ ਵਾਸਤੇ ਤੋਹਫਾ ਲੈ ਕੇ ਆਏ ਜੀ। ਵਾਹ ਵਾਹ ਆ ਪ੍ਰੈਣ ਲੈ ਕੇ ਆਏ। ਇਹਦੇ ਅੱਗੇ ਮੈਂ ਸੂਆ ਲਵਾਉਂਗਾ ਪੱਕੀ, ਦੇਖੋ ਸਹੀ ਹੈ। ਸੂਆ ਨਾ ਲਵਾਈ, ਵੈਸੇ ਹੀ ਰਹਿਣ ਦੇ। ਹੈ ਵੈਸੇ ਹੀ ਰਹਿਣ ਦੇ। ਨਹੀਂ ਉਹ ਮਾਰਦਾ ਨਹੀਂ ਮੈਂ ਟੱਗੇ ਨੂੰ, ਉਹ ਸੋਹਣੀ ਲੱਗਦੀ ਹੈ ਸੂਆ ਲੱਗ। ਸੂਆ ਮੈਂ ਮੜ ਜਾ ਲਾ ਦਾਂਗੇ। ਆਹ ਤੂੰ ਪ੍ਰੈਣ ਉਹ ਹਿਸਾਬ ਆ ਕਹਿੰਦਾ। ਨਹੀਂ ਇੱਕ ਬੰਦਾ ਸਾਡੇ 'ਚ ਮੱਠਾ ਹੋ ਜਾਂਦਾ, ਉਹ ਆ ਕਹਿੰਦਾ ਚਾਕੂ ਮੈਂ ਵੈਸੇ ਹੀ ਲਈ ਫਿਰਦਾ। ਇੱਕ ਬੰਦਾ ਸਾਡੇ 'ਚ ਮੱਠਾ ਹੋ ਜਾਂਦਾ, ਉਹਨੂੰ ਇਦਾਂ ਮਾੜੀ ਜੀ ਯਾਰ ਲਾਇਆ ਕਰਾਂਗੇ ਨਾ ਜੀ, ਉਹ ਤੇਜ਼ ਹੋ ਜਾ ਕਰੂ। ਆ ਡਾਂਗਾ ਇਹ ਵੀ ਪ੍ਰੈਣ ਹੀ ਹੈ। ਹਾਂ ਆ ਬਰੀਕ ਆ ਮੋਟੀ ਆ। ਇਹ ਮੈਂ ਦੱਸਦਾ ਜੂਨ ਦੇ ਵਾਸਤੇ ਰੋ ਜੀ, ਬੜੀ ਮਿਹਰਬਾਨੀ। ਇਹ ਜੀ ਅੱਜ ਦੀ ਫਿਲਮ ਸੀ ਜਿਹੜੀ ਤੁਹਾਨੂੰ ਅਸੀਂ ਦਾਸਤਾਨ ਸੁਣਾਈ ਸੀ ਬਾਂਸ ਦੀ। ਬਾਂਸ ਐਸੀ ਰੱਬ ਦੀ ਨਿਹਮਤ ਆ ਵੀ ਇਹਦੇ ਤੇ ਗੱਲ ਕਰੀਏ, ਇਹਦੇ ਤੇ ਕਈ ਫਿਲਮਾਂ ਬਣ ਜਾਣ। ਕੱਲੀ ਗੱਲ ਜਿੱਥੇ ਜਿਹੜੀ ਗੱਲ ਕੀਤੀ ਖਾਲਦ ਨੇ ਵੀ ਇਹਦੀਆਂ ਕੋਠੀਆਂ ਬਣਦੀਆਂ, ਉਹ ਤੁਹਾਨੂੰ ਬਣਦੀਆਂ ਦਿਖਾਈ। ਹਾਂ ਕਮਰ ਗਿਰੇਵਾਲ ਨੂੰ ਕਿਸੇ ਬੰਦੇ ਨੇ ਘਰ ਬਣਾ ਕੇ ਦਿਆ, ਖਾਲਦ ਦੱਸਦਾ ਬਾਂਸਾਂ ਦਾ। ਲੈ ਗੱਲ ਕਰ, ਮੈਂ ਦੇਖਿਆ ਨਹੀਂ, ਉਹ ਚੰਗਾ ਬਣਾਇਆ। ਫੈਸਲਾਬਾਦ ਬਹੁਤ ਹੁਣ ਸ਼ੌਕ ਨਾਲ ਨਾ ਸ਼ੌਕ ਬਣਾ ਰਹੇ ਆ। ਨਹੀਂ ਹੋਟਲਾਂ ਵਾਲੇ ਰੈਸਟੋਰੈਂਟ ਜਿਹੜੇ ਆ ਕਈ ਉਹ ਬਾਉਂਡਰੀ ਬਾਂਸਾਂ ਦੀ ਕਰਦੇ। ਔਰ ਜ਼ਿਮੀਂਦਾਰ ਨੂੰ ਚ ਕੋਈ ਨੁਕਸਾਨ ਨਹੀਂ ਫਸਲ। ਨਹੀਂ ਜੀ ਜ਼ਿਮੀਦਾਰ ਅਸੀਂ ਤੁਹਾਨੂੰ ਬਤੌਰੇ ਫਸਲ ਹੀ ਦਿਖਾਇਆ। ਹਾਂਜੀ ਅਸੀਂ ਤੁਹਾਨੂੰ ਬਤੌਰੇ ਖੇਤੀ ਦਿਖਾਇਆ, ਜਿੱਦਾਂ ਕਮਾਦ ਦੀ ਖੇਤੀ ਹੈ ਇਦਾਂ ਹਾਲੀ ਹੈ ਬਾਂਸ ਦੀ ਜਿਹੜਾ ਖੇਤੀ। ਮਤਲਬ 3 ਸਾਲ ਬਾਅਦ ਇਕੱਠੇ ਹੋਣੇ ਪੈਸੇ ਆ ਜਾਣ। ਹਾਂਜੀ ਬਲਕਿ ਹੁਣ ਦੱਸੋ ਵੀ ਇਹ ਫਲ ਹੈ ਕਿ ਨਹੀਂ? ਬਾੜ ਕਰਕੇ ਵਿੱਚ ਮੁਰਗੀਆਂ ਵੀ ਰੱਖੀਆਂ ਜਾ ਸਕਦੀਆਂ। ਇਹ ਤੂੰ ਬਟਨ ਦੱਬ ਦੇ, ਕੋਈ ਹਟਣਾ ਰਾਣੇ ਨੂੰ ਤਾਂ ਗੱਲਾਂ ਆਈ ਜਾਣੀਆਂ। ਚੰਗਾ ਜੀ, ਸਲਾਮ ਅਲੈਕੁਮ। ਹਾਂ ਬਿਸਕੁਟ ਖਾਈ।